ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਤੁਹਾਡਾ ਸਾਡੇ ਪਲੇਟਫਾਰਮ ਮਾਸਟਰ ਕਲਾਸਿਸ ਪਟਿਆਲਾ 'ਤੇ। ਸੋ ਅੱਜ ਇੱਕ ਬਹੁਤ ਇੰਪੋਰਟੈਂਟ ਟੌਪਿਕ ਅਸੀਂ ਕਰ ਰਹੇ ਹਾਂ। ਜੇ ਤੁਸੀਂ ਪੰਜਾਬ ਦੀ ਇਕੋਨਮੀ ਜਾਂ ਪੰਜਾਬ ਦੇ ਇਕਨੋਮਿਕ ਸਰਵੇ ਜਿਹੜਾ ਕਿ ਇਸ ਸਾਲ ਫਰਵਰੀ ਦੇ ਮਹੀਨੇ 'ਚ ਆਇਆ, ਤੁਸੀਂ ਉਹਨੂੰ ਸਮਝਣਾ ਚਾਹੁੰਦੇ ਹੋ ਤਾਂ ਜਿਹੜੇ ਮੈਂ ਹੁਣ ਅੱਗੇ 10 ਸਵਾਲ ਪੰਜਾਬ ਦੀ ਇਕੋਨਮੀ ਨਾਲ ਸੰਬੰਧਿਤ ਕਰਾ ਰਿਹਾ, ਉਹ ਇਸ ਐਂਗਲ ਤੋਂ ਬਣਾਏ ਗਏ ਆ। ਉਹ ਮੇਰੀ ਟੈਸਟ ਸੀਰੀਜ਼ ਦਾ ਪਾਰਟ ਨੇ ਅਤੇ ਜਿਹੜੇ ਕਿ ਤੁਹਾਡੀ ਪੰਜਾਬ ਦੀ ਇਕੋਨਮੀ ਨੂੰ ਕੁਇਕਲੀ ਰਿਵਾਈਜ਼ ਕਰਾ ਦੇਣਗੇ। ਵਧੀਆ ਤੋਂ ਵਧੀਆ ਪੇਪਰ 'ਚ ਤਾਂ ਪੰਜਾਬ ਦੀ ਇਕੋਨਮੀ ਦੀ ਅਹਿਮੀਅਤ ਹੈ ਹੀ ਆ, ਪਰ ਜਦੋਂ ਅਸੀਂ ਛੋਟੇ ਪੇਪਰ 'ਚ ਵੀ ਦੇਖਦੇ ਹਾਂ ਅਤੇ ਜੇ ਕੋਈ ਵੀ ਫੈਕਟ ਤੁਹਾਨੂੰ ਆ ਗਿਆ ਤਾਂ ਤੁਸੀਂ ਉਹਦੇ ਨਾਲ ਸੰਬੰਧਿਤ ਜਵਾਬ ਦੇ ਸਕਦੇ ਹੋ। ਸੋ ਪਲੀਜ਼ ਪੰਜਾਬ ਦੀ ਇਕੋਨਮੀ ਨਾਲ ਸੰਬੰਧਿਤ ਇਹ ਵਾਲਾ ਹਿੱਸਾ ਜਿਹੜਾ ਟੈਸਟ ਦਾ ਹੈ, ਇਹਨੂੰ ਮੈਂ ਯੂਟਿਊਬ 'ਤੇ ਸ਼ੇਅਰ ਕਰਨ ਦੀ ਇੰਟੈਂਸ਼ਨਸ ਇਹੀ ਨੇ ਕਿ ਸਭ ਨੂੰ ਪਤਾ ਲੱਗ ਜਾਏ ਕਿ ਪੰਜਾਬ ਦਾ 2022-23 ਦਾ ਜਿਹੜਾ 23-24 ਦਾ ਜਿਹੜਾ 22-23 ਦਾ ਇਕਨੋਮਿਕ ਸਰਵੇ ਜਿਹੜਾ 23-24 ਦੀ ਫੈਬ 'ਚ ਆਇਆ ਹੈ, 2023 ਦੀ ਫਰਵਰੀ 'ਚ ਰਿਲੀਜ਼ ਹੋਇਆ ਹੈ, ਉਹਦੇ 'ਚ ਪੰਜਾਬ ਦੀ ਇਕੋਨਮੀ ਯਾਨੀ ਅਰਥ ਵਿਵਸਥਾ ਬਾਰੇ ਕੀ ਕੁਛ ਦੱਸਿਆ ਗਿਆ ਹੈ। ਸੋ ਬੜਾ ਇੰਪੋਰਟੈਂਟ ਆ। ਕੁਐਸਚਨ ਆਨਸਰ ਦੇ ਰੂਪ ਦੇ ਵਿੱਚ ਅਸੀਂ ਪੜ੍ਹਾਂਗੇ, ਪਰ ਡਿਟੇਲ ਦੇ ਵਿੱਚ ਟਾਈਮ ਜ਼ਰੂਰ ਲਵਾਂਗੇ। ਅੱਧੇ ਘੰਟੇ ਦੀ ਇਹ ਵੀਡੀਓ ਹੋਣ ਵਾਲੀ ਆ, ਸੋ ਜ਼ਿਆਦਾ ਸਮਾਂ ਖਰਾਬ ਨਹੀਂ ਕਰਦੇ। ਕਹਿੰਦੇ ਹੇਠ ਲਿਖੀਆਂ ਗੱਲਾਂ 'ਤੇ ਗੌਰ ਕਰੋ ਕਿ ਪੰਜਾਬ ਐਗਰੀਕਲਚਰ ਅਤੇ ਉਹਦੇ ਸਹਾਇਕ ਸੈਕਟਰ ਜਿਹੜੇ ਆ, ਉਹ ਪੰਜਾਬ ਦੀ ਜਿਹੜੀ ਸਕਲ ਘਰੇਲੂ ਉਤਪਾਦ ਆ GSVA ਗਰੋਸ ਸਟੇਟ ਵੈਲਿਊ ਐਡੀਸ਼ਨ, ਉਹਦੇ 'ਚ ਉਦਯੋਗਿਕ ਖੇਤਰ ਨਾਲੋਂ ਜ਼ਿਆਦਾ ਯੋਗਦਾਨ ਪਾ ਰਹੀ ਆ। ਪੰਜਾਬ ਦੇ ਵਿੱਚ ਰੋਜ਼ਗਾਰ ਦੇ ਮਾਮਲੇ 'ਚ ਖੇਤੀਬਾੜੀ ਅਤੇ ਉਹਦੇ ਸਹਾਇਕ ਧੰਦਿਆਂ ਦਾ ਯੋਗਦਾਨ ਉਦਯੋਗਿਕ ਖੇਤਰ ਦੇ ਯੋਗਦਾਨ ਤੋਂ ਵੱਧ ਹੈ। ਕਿਹੜੀ ਗੱਲ ਸਹੀ ਆ, ਕਿਹੜੀ ਗਲਤ ਆ? ਸੋ ਬਿਲਕੁਲ ਇਕਨੋਮਿਕ ਸਰਵੇ ਜਿਹੜਾ ਇਸ ਸਾਲ ਫਰਵਰੀ 'ਚ ਆਇਆ, ਉਹਨੂੰ ਆਧਾਰ ਬਣਾਉਣੇ ਆ। ਨੋਟਸ ਬਣਾ ਲਿਓ, ਇਹਦੇ ਬਹੁਤ ਇੰਪੋਰਟੈਂਟ ਚੀਜ਼ ਆ। ਦੇਖੋ ਗੱਲ ਕਰਦੇ ਹਾਂ ਆਪਾਂ। ਜੇ ਮੈਂ ਇਸ ਸਾਲ ਦੀ ਗੱਲ ਕਰਾਂ ਤਾਂ ਪੰਜਾਬ ਦੇ ਇਕਨੋਮਿਕ ਸਰਵੇ 'ਚ ਇੱਕ ਗੱਲ ਤਾਂ ਸਮਝ ਆ ਗਈ ਕਿ ਖੇਤੀਬਾੜੀ ਅਤੇ ਸਹਾਇਕ ਐਗਰੀਕਲਚਰ ਐਂਡ ਅਲਾਈਡ ਇੰਡਸਟਰੀ ਅਤੇ ਸਰਵਿਸ ਤਿੰਨਾਂ ਨੂੰ ਕਰਨੋਲਜੀ 'ਚ ਲਾ ਲਓ ਕਿ ਸਭ ਤੋਂ ਉੱਪਰੋਂ ਲੈ ਕੇ ਥੱਲੇ ਤੱਕ ਇੰਪਲੋਇਮੈਂਟ ਦਾ ਯੋਗਦਾਨ ਆ। ਇੰਪਲੋਇਮੈਂਟ ਦੇ ਵਿੱਚ ਤਕਰੀਬਨ 25% ਯੋਗਦਾਨ ਅਲਾਈਡ ਉਹਦਾ ਹੈ ਖੇਤੀਬਾੜੀ ਦਾ, 36% ਯੋਗਦਾਨ ਇੰਡਸਟਰੀ ਦਾ ਅਤੇ 38-39% ਯੋਗਦਾਨ ਜਿਹੜਾ ਹੈ ਉਹ ਹੈਗਾ ਸਾਡੀ ਇੰਡਸਟਰੀ ਦਾ। ਮਤਲਬ ਇੰਡਸਟਰੀ ਦਾ ਯੋਗਦਾਨ ਸਭ ਤੋਂ ਉਹਦਾ, ਸਰਵਿਸ ਸੈਕਟਰ ਦਾ ਮਤਲਬ ਸੇਵਾ ਖੇਤਰ ਦਾ ਯੋਗਦਾਨ ਸਭ ਤੋਂ ਵੱਧ ਆ। ਜੇ ਮੈਂ ਗੱਲ ਕਰਾਂ ਉਹਦੇ ਮਾਮਲੇ 'ਚ ਕਿ GDP 'ਚ ਇਹਨਾਂ ਦਾ ਕੰਟਰੀਬਿਊਸ਼ਨ ਕਿੰਨਾ ਹੈ ਪੈਸੇ ਦੇ ਮਾਮਲੇ 'ਚ, ਤਾਂ ਪੈਸੇ ਦੇ ਮਾਮਲੇ ਚ ਸਰਵਿਸ ਸੈਕਟਰ ਦਾ ਇੰਪਲੋਇਮੈਂਟ ਦੇਣ 'ਚ ਵੀ ਮੂਹਰੇ ਆ, ਅਤੇ ਦੂਜੇ ਪਾਸੇ ਤਾਂ ਹੈ ਹੀ ਬਹੁਤ ਜ਼ਿਆਦਾ ਅੱਗੇ 46%। ਫਰਕ ਪੈਂਦਾ ਹੈ ਜੇ ਮੈਂ GDP ਦੇ ਵਿੱਚ ਕੰਟਰੀਬਿਊਸ਼ਨ ਗੱਲ ਕਰਾਂ ਇਹਨਾਂ ਦੋ ਸੈਕਟਰਸ ਦੀ। GDP ਦੇ ਮਾਮਲੇ 'ਚ ਪਹਿਲੇ ਨੰਬਰ 'ਤੇ ਹੈਗਾ ਹੈ ਸਰਵਿਸ ਸੈਕਟਰ, ਦੂਜੇ ਨੰਬਰ 'ਤੇ ਖੇਤੀਬਾੜੀ 29% ਅਤੇ ਤੀਸਰੇ ਨੰਬਰ 'ਤੇ ਇੰਡਸਟਰੀ। ਪਰ ਜੇ ਮੈਂ ਵਰਕਰਸ ਦਾ ਹਿਸਾਬ ਲਾਵਾਂ ਕਿ ਕਿੰਨੇ ਲੋਕਾਂ ਨੂੰ ਰੋਜ਼ਗਾਰ ਮਿਲਿਆ, ਫਿਰ ਪਹਿਲੇ ਨੰਬਰ 'ਤੇ ਸਰਵਿਸ, ਦੂਜੇ ਨੰਬਰ 'ਤੇ ਉਦਯੋਗ ਅਤੇ ਤੀਸਰੇ ਨੰਬਰ 'ਤੇ ਖੇਤੀਬਾੜੀ। ਮੈਨੂੰ ਲੱਗਦਾ ਕਿ ਰੱਟਾ ਮਾਰ ਹੀ ਲਓਗੇ। ਜੇ ਗੱਲ ਸਮਝ ਆ ਗਈ ਤਾਂ ਇਹਦੇ ਅਨੁਸਾਰ ਸਵਾਲ ਦਾ ਜਵਾਬ ਦਿਓ ਕਿ ਪੰਜਾਬ ਦੇ ਵਿੱਚ GDP 'ਚ ਕੰਟਰੀਬਿਊਸ਼ਨ, ਜੇ ਮੈਂ GDP ਜਾਂ ਜਿਹਨੂੰ GSVA ਵੀ ਕਹਿ ਦਿੰਦੇ ਆ, ਉਹਦੇ 'ਚ ਜੇ ਮੈਂ ਕੰਟਰੀਬਿਊਸ਼ਨ ਗੱਲ ਕਰਾਂ ਤਾਂ ਸਭ ਤੋਂ ਵੱਧ ਯੋਗਦਾਨ ਹੈਗਾ ਜੀ ਇੰਡਸਟਰੀ ਦਾ, ਦੂਜੇ ਨੰਬਰ 'ਤੇ ਹੈਗਾ ਸਭ ਤੋਂ ਵੱਧ ਹੈਗਾ ਜੀ ਸਰਵਿਸ ਦਾ, ਸਭ ਤੋਂ ਵੱਧ ਯੋਗਦਾਨ ਸਰਵਿਸ ਦਾ, ਦੂਜੇ ਨੰਬਰ 'ਤੇ ਐਗਰੀਕਲਚਰ ਦਾ ਅਤੇ ਤੀਸਰੇ ਨੰਬਰ 'ਤੇ ਇੰਡਸਟਰੀ ਦਾ। ਪਰ ਜੇ ਮੈਂ ਗੱਲ ਕਰਾਂ ਇੰਪਲੋਇਮੈਂਟ ਦੀ, ਅਨਇੰਪਲੋਇਮੈਂਟ ਨਿਕਲ ਗਿਆ ਸੀ, ਪਹਿਲੇ ਨੰਬਰ 'ਤੇ ਸਰਵਿਸ, ਦੂਜੇ ਨੰਬਰ 'ਤੇ ਇੰਡਸਟਰੀ, ਤੀਜੇ ਨੰਬਰ 'ਤੇ ਐਗਰੀਕਲਚਰ। ਜੇ ਇਹ ਗੱਲ ਸਮਝ ਆ ਗਈ ਤਾਂ ਮੈਨੂੰ ਲੱਗਦਾ ਹੋਰ ਇਹਦੇ 'ਚੋਂ ਕੀ ਪੁੱਛ ਲੈਣਗੇ। ਤਾਂ ਜਿਹੜੀ GDP ਨਾਲ ਰਿਲੇਟਡ ਡਾਟਾ ਹੈ ਉਹ ਤੁਹਾਡੇ ਸਾਹਮਣੇ ਦੱਸਦਾ। GDP ਦੇ ਵਿੱਚ ਕਹਿੰਦੇ ਹੁਣੇ ਦੇਖਣ ਨੂੰ ਮਿਲਿਆ ਹੈ ਕਿ ਖੇਤੀਬਾੜੀ ਦਾ ਯੋਗਦਾਨ ਜਿਹੜਾ ਹੈ, ਠੀਕ ਆ, ਖੇਤੀਬਾੜੀ ਦਾ ਯੋਗਦਾਨ ਉਹ ਇੰਡਸਟਰੀ ਤੋਂ ਜ਼ਿਆਦਾ ਹੈ GDP ਦੇ ਮਾਮਲੇ 'ਚ। ਬਿਲਕੁਲ ਸਹੀ ਆ, ਐਗਰੀਕਲਚਰ ਦਾ ਜ਼ਿਆਦਾ ਹੈ। ਅਤੇ ਕਹਿੰਦਾ ਇੰਪਲੋਇਮੈਂਟ ਦੇ ਵਿੱਚ ਖੇਤੀਬਾੜੀ ਦਾ ਯੋਗਦਾਨ ਇੰਡਸਟਰੀ ਤੋਂ ਜ਼ਿਆਦਾ ਹੈ। ਬਿਲਕੁਲ ਗਲਤ ਆ, ਇੰਪਲੋਇਮੈਂਟ ਦੇ ਮਾਮਲੇ 'ਚ ਇੰਡਸਟਰੀ ਅੱਗੇ ਹੀ ਆ। ਦੂਸਰੀ ਸਟੇਟਮੈਂਟ ਗਲਤ, ਪਹਿਲੀ ਸਹੀ ਆ। ਸੋ ਇਹ ਆ ਜੀ ਸਾਡੇ ਕੋਲ ਐਕਸਪਲੇਨੇਸ਼ਨ। ਸੋ ਸਟੇਟਮੈਂਟ ਦੇ ਹਿਸਾਬ ਨਾਲ ਆਪਾਂ ਦੇਖ ਲਿਆ। ਇੱਕ ਸਵਾਲ ਇਹਦੇ 'ਚੋਂ ਬਣਦਾ ਸੀ, ਉਹ ਆਪਾਂ ਬਣਾ ਲਿਆ। ਦੂਸਰਾ ਸਵਾਲ ਸਮਝੋ ਆਪਣਾ, ਇਹ ਵੀ ਇਕਨੋਮਿਕ ਸਰਵੇ ਦੇ ਪਹਿਲੇ ਚੈਪਟਰ 'ਚ ਹੀ ਬਣਾਇਆ ਸੀ ਮੈਂ। ਇਹ 2022-23 ਜਿਹੜਾ ਕਿ 2023 ਦੀ ਫੈਬ 'ਚ ਆਇਆ ਹੈ, ਕਿਉਂਕਿ ਜਿਹੜੇ ਸਾਲ ਬਜਟ 23-24 ਦਾ ਆਉਂਦਾ ਹੈ ਉਸ ਸਾਲ ਆਰਥਿਕ ਸਰਵੇਖਣ ਇਕਨੋਮਿਕ ਸਰਵੇ ਜਿਹੜਾ ਹੈ ਉਹ 2022-23 ਦਾ ਆਉਂਦਾ ਹੈ। ਸਮਝ ਗਏ ਨਾ ਗੱਲ? ਆ ਜਾਓ। ਕਹਿੰਦਾ ਪੰਜਾਬ ਦੇ ਵਿੱਚ ਝੋਨੇ ਅਤੇ ਕਣਕ ਦੀ ਪ੍ਰੋਡਕਸ਼ਨ ਨੂੰ ਲੈ ਕੇ ਗੱਲਾਂ ਦੱਸੋ ਕੀ ਨੇ।
ਪੰਜਾਬ 18.2% ਤੇ 12.28% ਕਰਮਵਾਰ ਰਾਈਸ ਤੇ ਵੀਟ ਦੀ ਪ੍ਰੋਡਕਸ਼ਨ ਕਰਦਾ ਹੈ। ਅੰਕੜੇ ਦੱਸਿਆ 7% ਪ੍ਰੋਡਕਸ਼ਨ ਇੰਨੇ ਪਰਸੈਂਟ ਉਹ, ਠੀਕ ਆ। ਸੋ ਕੀ ਪੰਜਾਬ ਦੀ ਕੰਟਰੀਬਿਊਸ਼ਨ ਆ ਕਣਕ ਤੇ ਝੋਨੇ ਦੀ, ਇਹਨੂੰ ਲੈ ਕੇ ਮੈਂ ਇਕਨੋਮਿਕ ਸਰਵੇ 'ਚੋਂ ਜੋ ਸਟੇਟਮੈਂਟ ਚੱਕੀ ਆ, ਪੰਜਾਬ ਨੂੰ ਇੰਡੀਆ ਦੀ ਗ੍ਰੇਨਰੀ ਕਿਹਾ ਜਾਂਦਾ ਹੈ, ਮਤਲਬ ਅਨਾਜ ਭੰਡਾਰ ਕਿਹਾ ਜਾਂਦਾ ਹੈ। ਅਕਸਰ ਇਹਦੀ ਵਜ੍ਹਾ ਕੀ ਆ, ਦੇਖੋ ਦੋ ਗੱਲਾਂ ਨੇ, ਬਹੁਤ ਇੰਪੋਰਟੈਂਟ ਗੱਲ। ਕਹਿੰਦੇ ਪੰਜਾਬ ਜਿਹੜਾ ਹੈ, ਜੇ ਮੈਂ ਚੌਲਾਂ ਦੀ ਗੱਲ ਕਰਾਂ ਤਾਂ FCI ਨੂੰ, ਸੈਂਟਰ ਪੂਲ ਨੂੰ 12.8% ਤੇ ਕਣਕ ਜਿਹੜੀ ਆ 18.2% ਕੰਟਰੀਬਿਊਟ ਕਰਦਾ ਹੈ। ਕਿਉਂਕਿ ਝੋਨੇ ਦੇ ਮਾਮਲੇ 'ਚ ਵੈਸਟ ਬੰਗਾਲ, ਯੂਪੀ ਵਰਗੇ ਦੇਸ਼, ਬਹੁਤ ਸਟੇਟਾਂ ਵੀ ਬਹੁਤ ਕੰਟਰੀਬਿਊਟ ਕਰਦੀਆਂ, ਇਸ ਕਰਕੇ ਪੰਜਾਬ ਦਾ ਇਹ ਕੰਟਰੀਬਿਊਸ਼ਨ ਪਤਾ ਹੋਣਾ ਚਾਹੀਦਾ ਹੈ, ਠੀਕ ਆ। ਜੇ ਮੈਂ ਗੱਲ ਕਰਾਂ ਏਰੀਆ ਅੰਡਰ ਕਲਟੀਵੇਸ਼ਨ, ਤਾਂ ਝੋਨੇ ਦੇ ਅੰਦਰ 7% ਆ ਤੇ ਕਣਕ ਦੇ ਅੰਡਰ 12% ਸਾਡਾ ਏਰੀਆ ਅੰਡਰ ਕਲਟੀਵੇਸ਼ਨ ਆ, ਕਿ ਮਤਲਬ ਕਿ ਖੇਤਰਫਲ ਜਿਹੜਾ ਕਿ ਇਸ ਮਤਲਬ ਕਿ ਇਹਨਾਂ ਫਸਲਾਂ ਅਧੀਨ ਖੇਤਰਫਲ ਆ। ਇਹ ਸਾਡੀ ਪ੍ਰੋਡਕਸ਼ਨ ਦਾ ਡਾਟਾ ਹੈ ਕਿ ਭਾਰਤ 'ਚ ਕਿੰਨੇ ਪ੍ਰਤੀਸ਼ਤ ਉਤਪਾਦਨ ਕਣਕ ਦਾ ਹੈ, ਝੋਨੇ ਦਾ ਹੈ, ਤੇ ਕਿੰਨੇ ਪ੍ਰਤੀਸ਼ਤ ਉਤਪਾਦਨ ਕਣਕ ਦਾ ਹੈ, ਤਾਂ ਕਿ ਤੁਸੀਂ ਪੰਜਾਬੀ 'ਚ ਸਮਝ ਸਕੋ। ਪੰਜਾਬ ਦੇਸ਼ 'ਚ ਚੌਲਾਂ ਦੇ ਮਾਮਲੇ 'ਚ 12.8% ਤੇ ਕਣਕ ਦੇ ਮਾਮਲੇ 'ਚ 18.2%। ਜਿਹੜਾ ਡਾਟਾ 12% ਤੇ 7% ਆ, ਇਹ ਸਾਡਾ ਏਰੀਆ ਅੰਡਰ ਦੀਜ਼ ਕ੍ਰੋਪਸ ਆ, ਇਹਨਾਂ ਫਸਲਾਂ ਅਧੀਨ ਖੇਤਰਫਲ ਆ। ਸੋ ਅੰਕੜੇ ਦੇ ਐਂਗਲ ਤੋਂ ਦੇਖੀਏ ਤਾਂ ਸਿਰਫ ਆਹ ਐਂਗਲ, ਉੱਤਰ ਨੰਬਰ 4 ਬਿਲਕੁਲ ਸਹੀ ਹੈ। ਸੋ ਇਹ ਵੀ ਇਕਨੋਮਿਕ ਸਰਵੇ ਦਾ ਜਿਹੜਾ ਚੈਪਟਰ 1 ਜਾਂ 2 ਉਹਦੇ 'ਚੋਂ ਬਣਾਇਆ ਗਿਆ ਸਵਾਲ ਆ ਜੀ। ਆ ਜਾਓ ਅੱਗੇ ਤੀਸਰੇ ਸਵਾਲ 'ਤੇ ਚੱਲਦੇ ਹਾਂ। ਸੋ ਉਮੀਦ ਕਰਦੇ ਹਾਂ ਕਿ ਇਹ ਗੱਲ ਚੰਗੀ ਤਰ੍ਹਾਂ ਸਮਝ ਆ ਰਹੀ ਹੋਊਗੀ। ਪੰਜਾਬ ਦੇ ਇਕਨੋਮਿਕ ਸਰਵੇ 'ਚੋਂ ਉਹੀ 4-5 ਵਧੀਆ ਫੈਕਟ ਚੱਕੇ ਗਏ ਆ, ਉਹਨਾਂ ਨੂੰ ਇੱਕ ਰੂਪ ਦੇ ਦਿੱਤਾ ਗਿਆ ਸਵਾਲਾਂ ਦਾ, ਠੀਕ ਆ। ਤਾਂ ਇਹ ਵੀ ਇੱਕ ਉਮੀਦ ਕਰਿਓ ਕਿ ਜਦੋਂ ਮੈਂ ਆਪਣੇ ਕੋਰਸ ਦੇ ਵਿੱਚ ਥਿਊਰੀ ਪੜ੍ਹਾਊਂਗਾ ਤਾਂ ਉਹ ਵੀ ਜ਼ਿਆਦਾ ਅੰਕੜਾ ਬੇਸਡ ਹੀ, ਉਹ ਇਹਦੇ ਨੇੜੇ ਤੇੜੇ ਹੀ ਰਹੂਗੀ। ਕੁਛ ਇਹਦੀ ਐਕਸਟੈਂਸ਼ਨ ਹੋ ਸਕਦੀ ਹੈ ਜੇ ਕੁਛ ਨਵੀਆਂ ਚੀਜ਼ਾਂ ਮੈਨੂੰ ਐਡ ਔਨ ਕਰਨ ਨੂੰ ਮਿਲੀਆਂ ਤਾਂ, ਅਦਰਵਾਈਜ਼ ਆਲਮੋਸਟ ਆਪਣੇ ਆਪ 'ਚ ਇਹ ਚੀਜ਼ ਕੰਪਲੀਟ ਆ। ਬਹੁਤ ਇਮਾਨਦਾਰੀ ਨਾਲ ਕਹਿ ਰਿਹਾ ਕਿ 10 ਸਵਾਲਾਂ ਦੇ ਥਰੂ ਪੰਜਾਬ ਦੀ ਇਕੋਨਮੀ ਨੂੰ ਡਿਸਕਸ ਕਰਨਾ, ਇਹ ਬਹੁਤ ਇੰਪ੍ਰੈਸਿਵ ਚੀਜ਼ ਹੋ ਸਕਦੀ ਹੈ। ਤੁਸੀਂ ਕੀ ਕਰ ਸਕਦੇ ਹੋ, ਇਸ ਤੋਂ ਬਾਅਦ ਭਾਵੇਂ ਇਕਨੋਮਿਕ ਸਰਵੇ ਡਾਊਨਲੋਡ ਕਰਕੇ ਦੇਖ ਲਿਓ, ਤੁਹਾਨੂੰ ਇਸ ਤੋਂ ਵੱਧ ਕੇ ਕੁਝ ਲੱਭਣਾ ਹੀ ਨਹੀਂ ਹੋਰ ਪੰਜਾਬ ਦੇ ਇਕਨੋਮਿਕ ਸਰਵੇ ਤੋਂ, ਠੀਕ ਆ। ਰੀਸੈਂਟ ਪਾਸਟ ਕਹਿੰਦੇ ਸਰਵਿਸ ਸੈਕਟਰ ਜਿਹੜਾ ਹੈ ਉਹਦੀ ਗ੍ਰੋਸ ਕੈਪੀਟਲ ਫਾਰਮੇਸ਼ਨ, ਕਹਿੰਦੇ ਇਕਨੋਮਿਕ ਸਰਵੇ ਜਿਹੜਾ ਹੈ ਇਹਦੇ 'ਚ ਇੱਕ ਗੱਲ ਸਾਫ਼ ਲਿਖੀ ਹੋਈ ਆ, ਜੋ ਇਹ ਕਹਿ ਰਹੇ ਆ ਕਿ ਸਰਵਿਸ ਸੈਕਟਰ ਦਾ ਜਿੰਨਾ ਸਕਲ ਘਰੇਲੂ ਉਤਪਾਦ ਆ, GDP ਹੈ ਜਾਂ GVA ਆ, GSVA ਗ੍ਰੋਸ ਸਟੇਟ ਵੈਲਿਊ ਐਡੀਸ਼ਨ ਆ, ਉਹਦੇ 'ਚੋਂ ਪੈਸਾ ਵੱਧ ਪੂੰਜੀ 'ਚ ਇਨਵੈਸਟ ਹੋ ਰਿਹਾ ਹੈ। ਮਤਲਬ ਉਹਦੇ 'ਚੋਂ ਪੈਸਾ ਕੱਢ ਕੇ ਲੋਕ ਉਹਦੇ 'ਚ ਵੱਧ ਤੋਂ ਵੱਧ ਇਨਵੈਸਟ ਕਰ ਰਹੇ ਆ। ਇਹ ਚੀਜ਼ ਕਹਿੰਦੇ ਸਾਨੂੰ ਸਰਵਿਸ ਸੈਕਟਰ 'ਚ ਜ਼ਿਆਦਾ ਦਿਸ ਰਹੀ ਆ ਐਜ਼ ਕੰਪੇਅਰ ਟੂ ਇੰਡਸਟਰੀ। ਮਤਲਬ ਕਿ ਪੰਜਾਬੀ 'ਚ ਇਹਦਾ ਮਤਲਬ ਹੁੰਦਾ ਹੈ ਇੰਡਸਟਰੀ ਦੀ, ਜੇ ਕਿਸੇ ਵੀ ਸੈਕਟਰ ਦੀ, ਕਿਸੇ ਵੀ ਖੇਤਰ ਦੀ GCF to GSVA ਰੇਸ਼ੋ ਜ਼ਿਆਦਾ ਹੋਵੇ, ਇਹਦਾ ਮਤਲਬ ਉਸ ਸੈਕਟਰ 'ਚ ਲੋਕ ਪੈਸਾ ਕਮਾ ਕੇ ਵੱਧ ਇਨਵੈਸਟਮੈਂਟ ਕਰ ਰਹੇ ਆ, ਉਹਨੂੰ ਕਹਿੰਦੇ ਆ GCF/GSVA ਰੇਸ਼ੋ। ਇਹਨੂੰ ਲੈ ਕੇ ਸਵਾਲ ਬਣਾਇਆ ਗਿਆ। ਪਹਿਲੀ ਇਹ ਕਿ ਸਰਵਿਸ ਸੈਕਟਰ 'ਚ ਇਨਵੈਸਟਮੈਂਟ ਜ਼ਿਆਦਾ ਆ ਐਜ਼ ਕੰਪੇਅਰ ਟੂ ਉਦਯੋਗਿਕ ਖੇਤਰ। ਦੂਜੀ ਆਪਸ਼ਨ ਇਹ ਆ ਕਿ ਸਰਵਿਸ ਸੈਕਟਰ ਤੇ ਉਦਯੋਗਿਕ ਸੈਕਟਰ, ਸੇਵਾ ਖੇਤਰ ਤੇ ਉਦਯੋਗਿਕ ਖੇਤਰ ਦੋਵਾਂ 'ਚ ਪਿਛਲੇ 12 ਤੋਂ ਲੈ ਕੇ 2021 ਤੱਕ ਪਹਿਲਾਂ ਨਾਲੋਂ ਇਨਵੈਸਟਮੈਂਟਸ ਘਟੀਆਂ ਨੇ। ਲਓ ਜੀ, ਸਵਾਲ ਸਮਝ ਆ ਗਿਆ ਨਾ। ਇਹਦਾ ਮਤਲਬ ਇਹ ਮੈਂ ਜਿਹੜਾ ਇੰਡਸਟਰੀਅਲ ਗਰੋਥ ਵਾਲਾ ਚੈਪਟਰ ਆ ਸਵਾਲ ਉਹਦੇ 'ਚੋਂ ਬਣਾਇਆ ਹੈ। ਹੁਣ ਇਹਨੂੰ ਲੈ ਕੇ ਤੁਸੀਂ ਆਪ ਵੀ ਯਾਦ ਕਰ ਸਕਦੇ ਹੋ ਕੰਸੈਪਟ। ਕਹਿੰਦੇ ਆ ਜੀ 2011 ਦੇ ਵਿੱਚ ਇੰਡਸਟਰੀ 'ਚ 28% ਗਰੋਥ ਸੀ, ਮਤਲਬ ਕਿ ਇਨਵੈਸਟਮੈਂਟ ਸੀਗੀ, ਮਤਲਬ ਉਸ ਸੈਕਟਰ ਦੀ ਇਨਵੈਸਟਮੈਂਟ ਹੁਣ 33% ਹੋ ਗਈ ਆ, ਤੇ ਸਰਵਿਸ ਸੈਕਟਰ 'ਚ 12.7 ਤੋਂ ਵੱਧ ਕੇ ਹੁਣ 14.4 ਹੋ ਗਈ ਆ। ਇਹਦਾ ਮਤਲਬ ਸਰਵਿਸ ਸੈਕਟਰ ਦੇ ਵਿੱਚ ਅੱਜ ਇਨਵੈਸਟਮੈਂਟ ਕਿੰਨੀ ਆ, 14.5% ਦੇ ਨੇੜੇ। ਇਨਵੈਸਟਮੈਂਟ ਨੂੰ ਕਹਿੰਦੇ ਆ GCF/GSVA ਰੇਸ਼ੋ, ਕਿ ਤੁਹਾਡਾ ਕੁੱਲ GDP ਜਾਂ GSVA ਜਾਂ ਸਕਲ ਘਰੇਲੂ ਉਤਪਾਦ ਦੇ ਮੁਕਾਬਲੇ ਤੁਹਾਡੀ GCF ਕਿੰਨੀ ਆ, ਕਿੰਨੀ ਤੁਸੀਂ ਗ੍ਰੋਸ ਕੈਪੀਟਲ ਨੂੰ ਫਾਰਮੇਸ਼ਨ ਕਰਦੇ ਹੋ, ਮਤਲਬ ਕਿੰਨਾ ਪੈਸਾ ਤੁਸੀਂ ਉਹਦੇ 'ਚ ਇਨਵੈਸਟ ਕਰਕੇ ਕਮਾਉਂਦੇ ਹੋ, ਉਹਨੂੰ GCF ਕਹਿੰਦੇ ਆ। ਸੋ ਇਹ ਚੀਜ਼ ਜੇ ਦੇਖੀ ਜਾਵੇ ਤਾਂ ਪਹਿਲੀ ਗੱਲ 11 ਤੋਂ ਲੈ ਕੇ 21 ਤੱਕ ਚਾਹੇ ਇੰਡਸਟਰੀਅਲ ਸੈਕਟਰ ਆ ਚਾਹੇ ਸਰਵਿਸ ਸੈਕਟਰ ਆ, ਗਰੋਥ ਦੇਖਣ ਨੂੰ ਮਿਲੀ ਹੈ, ਪਰ ਇੰਡਸਟਰੀਅਲ ਸੈਕਟਰ ਬਹੁਤ ਅੱਗੇ ਆ ਐਜ਼ ਕੰਪੇਅਰ ਟੂ ਸਰਵਿਸ ਸੈਕਟਰ। ਸੋ ਇਹ ਗੱਲ ਹੁਣ ਆ ਜਾਓ ਆਪਾਂ ਆਪਣਾ ਪੁਆਇੰਟ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਕਿ ਰੀਸੈਂਟ ਪਾਸਟ ਸਰਵਿਸ ਸੈਕਟਰ ਦੀ GCF to GSV ਰੇਸ਼ੋ ਜ਼ਿਆਦਾ ਆ, ਇਹ ਗਲਤ।
ਉਹਦੀ 37% ਆ, ਤੇ ਸਰਵਿਸ ਸੈਕਟਰ ਦੀ ਮਸਾਂ ਹਜੇ 14.5% ਆ। ਆਹ ਦੇਖ ਲਓ ਰੀਸੈਂਟ ਪਾਸਟ ਮਤਲਬ 2020-21। ਦੂਜੀ ਗੱਲ ਕਹਿੰਦਾ ਦੋਵਾਂ ਸਰਵਿਸ ਸੈਕਟਰ ਤੇ ਇੰਡਸਟਰੀਅਲ ਸੈਕਟਰ 'ਚ ਜਿਹੜੀ ਇਹ ਇਨਵੈਸਟਮੈਂਟ ਰੇਸ਼ੋ ਆ, ਇਨਵੈਸਟਮੈਂਟ ਰੇਸ਼ੋ ਨਿਵੇਸ਼ ਅਨੁਪਾਤ ਨੂੰ ਹੀ ਆਪਾਂ ਕਿਸੇ ਨਾ ਕਿਸੇ ਤਰੀਕੇ GCF/GSV ਕਹਿੰਦੇ ਆ। ਇਹ ਕਹਿੰਦੇ ਘਟਦੀ ਹੋਈ ਮਹਿਸੂਸ ਹੋਈ ਆ। ਬਿਲਕੁਲ ਗਲਤ ਆ, ਦੋਵਾਂ 'ਚ ਹੀ ਵਾਧਾ ਹੋਇਆ। ਭਾਵੇਂ ਪਹਿਲੀ 'ਚ ਦੇਖ ਲਓ ਵਾਧੀ ਆ, ਦੂਜੀ 'ਚ ਦੇਖ ਲਓ ਇਹਦੇ 'ਚ ਵੀ ਵਾਧਾ ਹੋਇਆ ਦਿਸ ਰਿਹਾ। ਸੋ ਗੱਲ ਸਮਝ ਆ ਗਈ। ਨੈਕਸਟ, ਪਰ ਕੈਪੀਟਾ ਇਨਕਮ ਪ੍ਰਤੀ ਵਿਅਕਤੀ ਆਏ ਦੇ ਮੁਕਾਬਲੇ ਕੰਟੈਕਸਟ 'ਚ ਸਵਾਲ ਇਹ ਆ ਕਿ 3 ਜ਼ਿਲ੍ਹੇ ਨੇ, ਲੁਧਿਆਣਾ, SS ਨਗਰ ਤੇ ਰੂਪਨਗਰ। ਇੱਥੇ ਪ੍ਰਤੀ ਵਿਅਕਤੀ ਆਏ ਦੇ ਹਿਸਾਬ ਨਾਲ ਦੱਸੋ ਕਿਹੜੀ ਸਟੇਟ 'ਚ, ਕਿਹੜੇ ਜ਼ਿਲ੍ਹੇ 'ਚ ਸਭ ਤੋਂ ਵੱਧ ਪ੍ਰਤੀ ਵਿਅਕਤੀ ਆਏ ਆ। ਇਕਨੋਮਿਕ ਸਰਵੇ ਬੜਾ ਸ਼ੌਕ ਦਿੰਦਾ ਹੈ ਜਦੋਂ ਅਸੀਂ ਇਹ ਦੇਖਦੇ ਹਾਂ ਕਿ ਇੱਕ ਅਗਰੇਨੀਅਨ, ਇੱਕ ਖੇਤੀਬਾੜੀ ਵਾਲਾ ਜ਼ਿਲ੍ਹਾ ਹੋਣ ਦੇ ਬਾਵਜੂਦ ਵੀ ਪਹਿਲੇ ਨੰਬਰ 'ਤੇ ਰੂਪਨਗਰ ਆ, ਤੇ ਦੂਸਰੇ ਨੰਬਰ 'ਤੇ ਲੁਧਿਆਣਾ ਨਹੀਂ SS ਨਗਰ ਆ, ਤੇ ਤੀਜੇ 'ਤੇ ਲੁਧਿਆਣਾ। ਪਿਛਲੇ ਸਾਲ ਦੇ ਇਕਨੋਮਿਕ ਸਰਵੇ 'ਚ 2-1-3 ਸੀ। ਇੰਟਰਸਟਿੰਗ ਗੱਲ, ਰੂਪਨਗਰ ਇੱਕ ਅਗਰੇਨੀਅਨ ਜ਼ਿਲ੍ਹਾ, ਖੇਤੀਬਾੜੀ ਆਧਾਰਿਤ ਜ਼ਿਲ੍ਹਾ ਹੋਣ ਦੇ ਬਾਵਜੂਦ ਵੀ ਪਹਿਲੇ ਨੰਬਰ ਬਰਕਰਾਰ ਬਣਾਇਆ ਹੈ। ਲੁਧਿਆਣਾ ਤੀਜੇ ਨੰਬਰ 'ਤੇ ਖਿਸਕ ਗਿਆ। ਪਿਛਲੇ ਸਾਲ ਇਹ ਦੂਜੇ 'ਤੇ ਸੀ ਤੇ ਮੋਹਾਲੀ ਪਹਿਲਾਂ ਸੀ, ਬਟ ਹੁਣ ਮੋਹਾਲੀ ਖਿਸਕ ਕੇ ਦੂਜੇ 'ਤੇ ਆ ਗਿਆ ਤੇ ਲੁਧਿਆਣਾ ਤੀਜੇ ਨੰਬਰ 'ਤੇ ਆ। ਸੋ ਇਕਨੋਮਿਕ ਸਰਵੇ ਨੇ ਜੋ ਅੰਕੜੇ ਦੱਸੇ ਆ ਐਜ਼ ਇਟ ਇਜ਼ ਮੈਂ ਤੁਹਾਡੇ ਸਾਹਮਣੇ ਉਹ ਅੰਕੜੇ ਜਿਹੜੇ ਆ ਉਹ ਪੇਸ਼ ਕਰਤੇ। ਸੋ ਉਹਦੇ ਆਧਾਰ 'ਤੇ ਸਵਾਲ ਬਣਿਆ ਸੀ। ਨੈਕਸਟ ਅੱਗੇ ਆ ਜਾਓ, ਅਗਲਾ ਸਵਾਲ ਕਹਿੰਦੇ ਫਰਟੀਲਿਟੀ ਰੇਟ, ਇੱਕ ਬੱਚੇ ਪੈਦਾ ਕਰਨ ਦੀ ਦਰ, ਜਨਨ ਦਰ ਜਿਹਨੂੰ ਆਪਾਂ ਕਹਿ ਦਿੰਦੇ ਆ। ਉਹ ਕਹਿੰਦੇ ਆ ਕਿ ਕਿੰਨੇ ਬੱਚੇ ਔਰਤ ਨੇ ਪੈਦਾ ਹੋਏ ਆ 15 ਸਾਲ ਤੋਂ ਲੈ ਕੇ 44 ਸਾਲ ਦੀ ਉਮਰ ਦੇ ਵਿੱਚ, ਜਿਹੜੀ ਕਿ ਫਰਟੀਲਿਟੀ ਦੀ ਇੱਕ ਐਵਰੇਜ ਏਜ ਮੰਨੀ ਜਾਂਦੀ ਆ, ਔਸਤਨ ਉਮਰ ਮੰਨੀ ਜਾਂਦੀ ਆ। ਇਸ ਕੰਟੈਕਸਟ 'ਚ ਕਹਿੰਦੇ ਤੁਸੀਂ ਸਵਾਲਾਂ ਦੇ ਜਵਾਬ ਦੇਣੇ ਆ। ਇਹ ਜਿਹੜਾ ਇਕਨੋਮਿਕ ਸਰਵੇ ਦਾ ਸੋਸ਼ਲ ਵਾਲਾ ਚੈਪਟਰ ਸੀ ਨਾ, ਉਸ ਸੈਕਟਰ ਵਾਲਾ, ਉਹਦੇ 'ਚੋਂ ਚੱਕਿਆ ਗਿਆ ਸਵਾਲ ਆ। ਵੀਮੈਨ ਵਗੈਰਾ, ਐਜੂਕੇਸ਼ਨ ਜਿਹਦੇ 'ਚ ਹੈਗੀ ਆ, ਸਾਰੇ ਚੈਪਟਰ ਕਵਰ ਕੀਤੇ ਆ। ਸਭ ਦੇ ਇੰਪੋਰਟੈਂਟ ਚੀਜ਼ਾਂ ਚੱਕ ਕੇ ਕਵਰ ਕਰ ਲਈਆਂ। ਸੋ ਇਹੀ ਹੁੰਦਾ ਕਿ ਜਦੋਂ ਤੁਸੀਂ ਨਾ ਕੋਈ ਵੀ ਸਬਜੈਕਟ ਪੜ੍ਹਾ ਰਹੇ ਹੋ, ਕਈ ਵਾਰੀ ਅਕਸਰ ਹੋ ਜਾਂਦਾ ਕਿ ਤੁਸੀਂ ਜਦੋਂ ਇਕਨੋਮੀ ਨਾਲ ਸੰਬੰਧਿਤ ਕਿਸੇ ਨੂੰ ਕੁਝ ਕਹਿਣ ਦੀ ਕੋਸ਼ਿਸ਼ ਕਰਦੇ ਹੋ ਜਾਂ ਦੱਸਣ ਦੀ ਕੋਸ਼ਿਸ਼ ਕਰਦੇ ਹੋ, ਤਾਂ ਤੁਸੀਂ ਇਹ ਸਮਝ ਲਓ ਕਿ ਪੰਜਾਬ ਦੀ ਇਕਨੋਮਿਕ ਸਰਵੇ ਨੂੰ ਸਮਝਾਉਣ ਦਾ ਇਸ ਤੋਂ ਵਧੀਆ ਤਰੀਕਾ ਹੀ ਨਹੀਂ ਸੀ। ਨਾਲੇ ਮੈਂ ਟੈਸਟ 'ਚ 10 ਸਵਾਲ ਪਾਤੇ, ਤੇ ਇਹ ਆਪਣੇ ਟੈਸਟ ਦੇ ਸਵਾਲ ਨੰਬਰ 16 ਤੋਂ ਲੈ ਕੇ 25 ਤੱਕ ਸਾਰਾ ਹੀ ਇਕਨੋਮਿਕ ਸਰਵੇ। ਕਈ ਵਾਰੀ ਕੋਈ ਪੁੱਛਦਾ ਹੁੰਦਾ ਨਾ ਕਿ ਸਰ ਕੀ 5-7 ਸਵਾਲ ਇੱਕ ਪੂਰੀ ਕਿਤਾਬ ਦੀ ਡਿਸਕਸ਼ਨ ਕਰ ਸਕਦੇ ਆ, ਬਹੁਤ ਵੱਡਾ ਹਿੱਸਾ ਕਵਰ ਕਰ ਸਕਦੇ ਆ। ਜੇ ਕਿਸੇ ਨੂੰ ਅਜੇ ਵੀ ਕੋਈ ਕਮੀ ਪੇਸ਼ੀ ਹੋਊਗੀ, ਜਾ ਕੇ ਉਹ ਇਕਨੋਮਿਕ ਸਰਵੇ ਪੜ੍ਹ ਲੇ। ਇਸ ਤੋਂ ਬਾਅਦ ਕੁਛ ਚੀਜ਼ਾਂ ਹੋਰ ਇੰਪੋਰਟੈਂਟ ਹੋਣਗੀਆਂ। ਕਈ ਚਾਹੁੰਦੇ ਆ ਕਿ ਸਰ ਅਸੀਂ ਪੜ੍ਹੀਏ ਪਰ ਸਾਨੂੰ ਪੜ੍ਹਨਾ ਨਹੀਂ ਆਉਂਦਾ, ਪਰ ਜਦੋਂ ਤੁਸੀਂ ਆਹ ਚੀਜ਼ਾਂ ਪੜ੍ਹ ਕੇ ਉੱਥੇ ਜਾਓਗੇ ਤੁਹਾਨੂੰ ਬੜੀ ਆਸਾਨੀ ਨਾਲ ਸਮਝਾਉਣ ਲੱਗ ਪੈਂਦੀਆਂ, ਕਿਉਂਕਿ ਮੈਂਟੋਰ ਦਾ ਕੰਮ ਪੜ੍ਹਾਉਣ ਦੇ ਨਾਲ ਪੜ੍ਹਨਾ ਸਿਖਾਉਣਾ ਵੀ ਹੁੰਦਾ ਹੈ। ਆ ਜਾਓ, ਕਹਿੰਦੇ 1971 'ਚ ਜਿਹੜੀ ਸਾਡੇ ਪੰਜਾਬ ਦੀ ਜਨਨ ਦਰ ਸੀਗੀ ਤੇ ਇੰਡੀਆ ਦੀ ਉਹ ਆਲਮੋਸਟ ਸੇਮ ਸੀ, 3.5 ਦੇ ਨੇੜੇ ਸੀ। ਮਤਲਬ ਔਨ ਐਨ ਐਵਰੇਜ ਸਾਡੇ ਇੱਕ ਮਾਂ ਦੇ 3.5 ਜਾਂ 3 ਤੋਂ 4 ਦੇ ਵਿੱਚ ਬੱਚੇ ਹੁੰਦੇ ਸੀ। 1971 'ਚ ਪੰਜਾਬ ਦਾ ਹਾਲ ਵੀ ਇਹੀ ਸੀ ਤੇ ਭਾਰਤ ਦਾ ਵੀ। ਸੋ ਉਸ ਟਾਈਮ ਬਹੁਤ ਬੁਰਾ ਸਟੇਟਸ ਸੀਗਾ। ਹੁਣ ਪਿੱਛੇ ਜੇ ਦੇਖਣ ਨੂੰ ਮਿਲਿਆ ਕਿ ਪੰਜਾਬ ਦੀ ਜਿਹੜੀ ਫਰਟੀਲਿਟੀ ਰੇਟ ਆ ਉਹ ਇੰਡੀਆ ਤੋਂ ਹਜੇ ਵੀ ਜ਼ਿਆਦਾ ਆ। ਤੁਸੀਂ ਨੋਟਿਸ ਕੀਤਾ ਕਿ ਪੰਜਾਬ 'ਚ ਬੱਚੇ ਪੈਦਾ ਕਰਨ ਦੀ ਦਰ ਘਟ ਗਈ ਆ ਐਜ਼ ਕੰਪੇਅਰ ਟੂ ਇੰਡੀਆ। ਸੋ ਇਹ ਤਾਂ ਲੌਜੀਕਲੀ, ਦੂਜਾ ਤਾਂ ਵੈਸੇ ਹੀ ਪਤਾ ਲੱਗ ਰਿਹਾ ਸੀਗਾ ਕਿ ਗਲਤ ਹੋਣਾ ਚਾਹੀਦਾ। ਅੰਕੜੇ ਤੁਹਾਡੇ ਸਾਹਮਣੇ ਪੇਸ਼ ਕਰਦਾ ਕਿ ਬਈ 1971 ਦੇ ਵਿੱਚ, ਸੁਣੋ ਮੇਰੀ ਗੱਲ, 1971 ਦੇ ਵਿੱਚ ਜੇ ਮੈਂ ਗੱਲ ਕਰਾਂ ਤਾਂ ਪੰਜਾਬ ਦੇ ਵਿੱਚ ਜਿਹੜੀ ਉਹ ਸੀਗੀ, ਮਤਲਬ ਕੀ ਕਹਿ ਲਓ, ਹਾਂ ਪੰਜਾਬ ਦੇ ਵਿੱਚ ਸੀਗਾ ਫਰਟੀਲਿਟੀ ਰੇਟ 3.5, ਇੱਥੇ ਕਿਤੇ ਨਹੀਂ 5.2 ਸੌਰੀ 5.2 ਫਰਟੀਲਿਟੀ ਰੇਟ ਸੀ ਪੰਜਾਬ ਦਾ ਵੀ ਤੇ ਇੰਡੀਆ ਦਾ ਵੀ। ਤੇ ਜੇ ਮੈਂ 20 ਦੀ ਗੱਲ ਕਰਾਂ, ਇੰਡੀਆ ਦਾ ਫਰਟੀਲਿਟੀ ਰੇਟ 2 ਆ ਤੇ ਇਹ ਐਵਰੇਜ ਹੋਣਾ ਚਾਹੀਦਾ ਹੈ। ਇੱਥੇ ਆ ਕੇ ਜੇ ਆਪਣਾ ਫਰਟੀਲਿਟੀ ਰੇਟ ਇੰਨਾ ਹੋਊਗਾ ਨਾ ਤਾਂ ਤੁਹਾਡੀ ਪੋਪੂਲੇਸ਼ਨ ਕੌਨਸਟੈਂਟ ਜੀ ਰਹੂਗੀ। ਜੇ ਇਸ ਤੋਂ ਘਟੂਗਾ ਚਾਈਨਾ ਵਾਂਗ ਤਾਂ ਫਿਰ ਘਟਣੀ ਸ਼ੁਰੂ ਹੋ ਜਾਊਗੀ। ਇਸ ਤੋਂ ਵੱਧ ਹੋਊਗਾ ਤਾਂ ਤੁਹਾਡੀ ਪੋਪੂਲੇਸ਼ਨ ਅਜੇ ਵੀ ਵੱਧ ਰਹੀ ਹੈ, ਉਹਦੀ ਵਧਣ ਦੀ ਦਰ ਅਜੇ ਵੀ ਜ਼ਿਆਦਾ ਹੈ, ਤੇ ਪੰਜਾਬ ਦਾ 1.5 ਆ। ਸੋ ਇਹ ਸਟੇਟਸ ਤੁਹਾਨੂੰ ਦੱਸਦਾ ਹੈ ਕਿ ਕੀ ਹੈ। ਇੱਥੋਂ ਤੁਸੀਂ ਇਹ ਵੀ ਆਈਡੀਆ ਲਾ ਸਕਦੇ ਹੋ ਕਿ ਇਸ ਟਾਈਮ ਜਿਹੜੀ ਪੰਜਾਬ ਦੇ ਵਿੱਚ ਯੂਥ ਆ ਉਹ ਕਿੰਨੇ ਸਾਲ ਤੋਂ ਲੈ ਕੇ ਕਿੰਨੇ ਸਾਲ ਤੱਕ ਆ। ਵਰਕਿੰਗ ਏਜ 15 ਤੋਂ 64 ਮੰਨੀ ਜਾਂਦੀ ਹੈ ਨਾ, ਇਹ ਇੱਥੇ ਪੰਜਾਬ ਦੇ ਵਿੱਚ 73% ਲੋਕ ਆ। ਜਿਨ੍ਹਾਂ ਕੋਲ ਵਰਕਿੰਗ ਪੋਪੂਲੇਸ਼ਨ ਜ਼ਿਆਦਾ ਹੁੰਦੀ ਆ ਉਹਨਾਂ ਦਾ ਡੈਮੋਗ੍ਰਾਫਿਕ ਡਿਵੀਡੈਂਡ, ਮਤਲਬ ਕਿ ਆਪਣੀ ਆਬਾਦੀ ਤੋਂ ਪ੍ਰਾਪਤ ਹੋਣ ਵਾਲਾ ਲਾਭ ਹਮੇਸ਼ਾ ਜ਼ਿਆਦਾ ਹੁੰਦਾ ਹੈ। ਯੂਥ ਜਿਹੜਾ ਹੈ ਉਹ ਵੀ ਪੰਜਾਬ 'ਚ ਲਗਾਤਾਰ ਵੱਧ ਰਿਹਾ ਹੈ
ਤੇ ਅੱਗੇ ਜਾ ਕੇ 28 ਤੋਂ ਬਾਅਦ ਘਟਣਾ ਸ਼ੁਰੂ ਹੋ ਜਾਊਗਾ। ਸੋ ਇਹ ਚੀਜ਼ ਬਹੁਤ ਇੰਪੋਰਟੈਂਟ ਆ, ਜਿਹੜੀ ਗੱਲ ਸਮਝਣ ਦੀ ਕੋਸ਼ਿਸ਼ ਕਰੀਏ ਆਪਾਂ। ਸੋ ਆਹ ਚੀਜ਼ ਤੁਹਾਨੂੰ ਕਲੀਅਰ ਹੋ ਜਾਣੀ ਚਾਹੀਦੀ ਹੈ, ਠੀਕ ਆ। ਕਿ ਫਰਟੀਲਿਟੀ ਰੇਟ ਕੀ ਆ, ਪੰਜਾਬ ਦਾ ਕੀ ਆ, ਪੰਜਾਬ 'ਚ ਯੂਥ ਇਸ ਟਾਈਮ ਲਗਾਤਾਰ ਪਿਛਲੇ ਸਮੇਂ ਤੋਂ ਲਗਾਤਾਰ ਵੱਧਦਾ ਜਾ ਰਿਹਾ ਹੈ, ਠੀਕ ਆ। ਤੇ ਵਰਕਿੰਗ ਏਜ ਵੀ ਵੱਧਦੀ ਵਰਕਿੰਗ ਗਰੁੱਪ ਜਿਹੜਾ ਉਹ ਵੀ ਵੱਧਦਾ ਜਾ ਰਿਹਾ ਹੈ। ਖੈਰ, ਕਹਿੰਦਾ ਪੰਜਾਬ ਦੀ ਸੈਕਸ ਰੇਸ਼ੋ ਨੂੰ ਲੈ ਕੇ ਸਵਾਲ। ਤੁਸੀਂ ਕਹੋਗੇ ਸਰ ਸੈਕਸ ਰੇਸ਼ੋ ਤਾਂ ਆਉਂਦੀ ਆ ਜੀ ਆਪਣੀ ਇਕਨੋਮਿਕਸ ਉਹਦੇ 'ਚ, ਆਪਣੇ ਸੈਂਸਸ 'ਚ, ਤੇ ਸੈਂਸਸ ਤਾਂ ਹੋਇਆ ਨਹੀਂ। ਸੈਂਸਸ ਤੋਂ ਬਿਨਾਂ ਵੀ ਨੈਸ਼ਨਲ ਹੈਲਥ ਸਰਵੇ ਵਾਲੇ ਵੀ ਸੈਕਸ ਰੇਸ਼ੋ ਬਾਰੇ ਦੱਸਦੇ ਆ। ਉਹ 5, 15 ਇਹ ਅੰਕੜੇ ਲੈਂਦੇ ਆ। ਕਹਿੰਦੇ 2005 ਤੋਂ 7 ਦੇ ਵਿੱਚ ਜਿਹੜੀ 837 ਸਾਡੀ ਸੈਕਸ ਰੇਸ਼ੋ ਸੀ, ਇਹ 2018 ਤੋਂ 20 ਦੇ ਵਿੱਚ 897 ਹੋ ਗਈ ਆ। ਮਤਲਬ ਕਿ ਪੰਜਾਬ ਦੀ ਸੈਕਸ ਰੇਸ਼ੋ ਨੇ ਵਾਧਾ ਇਨਕਰੀਜ਼ ਕੀਤਾ ਹੈ, ਇਹ ਸਟੇਟਸ ਆ। ਅਤੇ ਪੰਜਾਬ ਨੇ ਜਿਹੜੀ ਇੰਪਰੂਵਮੈਂਟ ਕੀਤੀ ਹੈ 53 ਵੂਮੈਨ ਪਰ 1000 ਮੈਨ ਦੀ ਜਿਹੜੀ ਇੰਪਰੂਵਮੈਂਟ ਦੇਖਣ ਨੂੰ ਮਿਲੀ ਆ, ਇਹਦੇ ਨਾਲ ਪੰਜਾਬ ਟੌਪ ਪਰਫੋਰਮਰ ਬਣਿਆ ਹੈ। ਨਹੀਂ, ਪੰਜਾਬ ਦੇ ਵਿੱਚ ਨੋ ਡਾਊਟ ਪਿਛਲੇ 10-12 ਸਾਲਾਂ 'ਚ ਸੈਕਸ ਰੇਸ਼ੋ ਇੰਪਰੂਵ ਹੋਈ ਆ, ਪਰ ਅਜੇ ਵੀ ਪੰਜਾਬ ਨੈਸ਼ਨਲ ਲੈਵਲ ਦੇ ਮੁਕਾਬਲੇ ਵਧੀਆ ਨਹੀਂ। ਪਹਿਲੀ ਗੱਲ ਯਾਦ ਰੱਖਿਓ। ਦੂਜੀ ਗੱਲ ਇੰਪਰੂਵਮੈਂਟ ਹੋਈ ਆ, ਯਾਦ ਰੱਖਿਓ। ਤੀਜੀ ਗੱਲ, ਹਜੇ ਪੰਜਾਬ ਦੀ ਇੰਪਰੂਵਮੈਂਟ ਵੀ ਨੰਬਰ 1 'ਤੇ ਨਹੀਂ, ਦੂਜੇ ਨੰਬਰ 'ਤੇ ਪੰਜਾਬ ਆ, ਤੀਜੇ 'ਤੇ ਇੰਪਰੂਵਮੈਂਟ ਦੇ ਮਾਮਲੇ 'ਚ ਹਰਿਆਣਾ ਹੈ। ਆ ਜਾਓ। ਕਹਿੰਦੇ ਪੰਜਾਬ ਦੀ ਬਹੁਤ ਬੁਰੀ ਸੈਕਸ ਰੇਸ਼ੋ ਸੀ, ਬਟ 837 ਤੋਂ 897 ਹੋਈ ਆ ਪਿਛਲੇ ਕੁਛ ਸਾਲਾਂ 'ਚ, ਜੇ ਅਸੀਂ ਨੈਸ਼ਨਲ ਹੈਲਥ ਸਰਵੇ ਦਾ ਡਾਟਾ ਦੇਖੀਏ। ਇਸ ਰੇਸ਼ੋ ਦੇ ਮੁਤਾਬਕ ਜੇ ਗੱਲ ਦੇਖੀ ਜਾਵੇ ਤਾਂ ਜਿਹੜੀ ਸਾਡੀ ਨੈਸ਼ਨਲ ਉਹ ਆ ਸੈਕਸ ਰੇਸ਼ੋ ਆ, ਉਹ ਇਸ ਟਾਈਮ 907 ਆ ਅਤੇ ਪੰਜਾਬ ਦੀ 897 ਆ। ਅਸੀਂ ਅਜੇ ਵੀ ਨੈਸ਼ਨਲ ਲੈਵਲ ਦੀ ਸੈਕਸ ਰੇਸ਼ੋ ਤੋਂ 10 ਨੰਬਰ ਪਿੱਛੇ ਆ। ਇਹਦੇ ਮੁਕਾਬਲੇ ਜੇ ਅਸੀਂ ਜਿਨ੍ਹਾਂ ਸਟੇਟਾਂ ਨੇ 18 ਸਟੇਟਾਂ ਨੇ ਵਧੀਆ ਪਰਫੋਰਮ ਕੀਤਾ, ਜਿੱਥੇ ਵਧੀਆ ਉੱਥੇ ਪੰਜਾਬ ਸੈਕਿੰਡ ਟੌਪ ਪਰਫੋਰਮਰ ਆ। ਅਤੇ 60 ਦੇ ਨਾਲ, ਕਿਉਂਕਿ 37 ਤੋਂ 97 ਹੋਈ ਹੈ ਨਾ 60 ਦੇ ਨਾਲ, ਅਤੇ ਦੂਜੇ ਨੰਬਰ 'ਤੇ ਹੈਗਾ ਹੈ ਹਰਿਆਣਾ, ਜਿਨ੍ਹਾਂ ਨੇ 27 ਵੂਮੈਨ ਪਰ 1000 ਦੇ ਹਿਸਾਬ ਨਾਲ ਪਰਫੋਰਮੈਂਸ ਦਿੱਤੀ ਹੈ। ਸੋ ਪੰਜਾਬ ਦੀ ਪਹਿਲੀ ਗੱਲ ਕੀ ਆ, 53 ਵੂਮੈਨ ਨਹੀਂ ਗੀ, 60 ਆ। 897 ਚੋਂ 837 ਘਟਾ ਕੇ ਦੇਖੋ, ਅਤੇ ਪੰਜਾਬ ਟੌਪ ਪਰਫੋਰਮਰ ਵੀ ਨਹੀਂ ਗਾ। ਸੋ ਇੱਕ ਸਵਾਲ ਹੋਰ ਇਕਨੋਮਿਕ ਸਰਵੇ 'ਚੋਂ ਨਿਕਲਦਾ ਸੀਗਾ, ਇਸ ਸਾਲ ਦੇ ਇਕਨੋਮਿਕ ਸਰਵੇ 'ਚੋਂ ਬਣੇ ਹੋਏ ਸਵਾਲ ਆ, ਤਾਂ ਕਿ ਤੁਹਾਨੂੰ ਮੈਂ ਪੰਜਾਬ ਦੀ ਇਕੋਨਮੀ ਨਾਲ ਸੰਬੰਧਿਤ ਚੀਜ਼ਾਂ ਨੂੰ ਸੈਗਰੀਗੇਟ ਕਰ ਕਰਕੇ ਸਮਝਾ ਸਕਾਂ। ਤੁਸੀਂ ਨੋਟਸ ਵੀ ਬਣਾ ਸਕਦੇ ਹੋ ਅਤੇ ਤੁਹਾਡੇ ਇਹ ਚੀਜ਼ਾਂ ਕੰਮ ਵੀ ਆ ਸਕਦੀਆਂ। ਖੈਰ, ਨੈਕਸਟ ਅੱਗੇ ਆ ਜਾਓ, ਠੀਕ ਆ। ਤਾਂ ਸੈਕਸ ਰੇਸ਼ੋ ਇਨ ਪੰਜਾਬ ਜਿਹੜੀ ਆ, ਉਹਦਾ ਸਟੇਟਸ ਜਿਹੜਾ ਹੈ ਉਹ ਤੁਹਾਡੇ ਸਾਹਮਣੇ ਆ ਕਿ ਬਾਕੀ ਸਟੇਟਾਂ ਦੇ ਮੁਕਾਬਲੇ ਪੰਜਾਬ ਨੇ ਆ ਰਿਹਾ ਦੂਜੇ ਨੰਬਰ 'ਤੇ ਹਰਿਆਣਾ, ਅਤੇ ਸਭ ਤੋਂ ਪਹਿਲੇ ਨੰਬਰ 'ਤੇ ਜਿਨ੍ਹਾਂ ਨੇ ਟੌਪ ਪਰਫੋਰਮ ਕੀਤਾ ਹੈ ਉਹ 865 ਤੋਂ 911 'ਤੇ ਰਾਜਸਥਾਨ ਆ। ਸੋ ਕਿਸੇ ਵੀ ਕੰਟੈਕਸਟ 'ਚ ਤੁਹਾਨੂੰ ਸਵਾਲ ਆ ਜੇ ਹੁਣ, ਤਾਂ ਤੁਸੀਂ ਹੁਣ ਇਹ ਦੱਸ ਸਕਦੇ ਹੋ ਰੀਸੈਂਟ ਇਕਨੋਮਿਕਸ ਜਿਹੜਾ ਆਪਣਾ ਉਹ ਆ ਨੈਸ਼ਨਲ ਹੈਲਥ ਸਰਵੇ ਆ, ਉਹਦਾ ਡਾਟਾ ਹੈ, ਠੀਕ ਆ। ਆ ਜਾਓ। ਕਹਿੰਦੇ ਜਿਹੜਾ ਸਸਟੇਨੇਬਲ ਡਿਵੈਲਪਮੈਂਟ ਇੰਡੈਕਸ ਦੀ ਰਿਪੋਰਟ ਨੀਤੀ ਆਯੋਗ ਕੱਢਦਾ ਹੈ, ਠੀਕ ਆ, 15 ਜਿਹੜੇ ਉਹ ਨੇ ਇੰਡੀਕੇਟਰਸ ਦੇ ਵਿੱਚ, ਉਹ 2020-21 ਤੋਂ ਬਾਅਦ ਕੋਈ ਰਿਲੀਜ਼ ਨਹੀਂ ਹੋਇਆ। ਉਹਦੇ 'ਚ ਪੰਜਾਬ ਦਾ ਸਟੇਟਸ ਜਿਹੜਾ ਹੈ ਉਹ ਕੀ ਆ, ਠੀਕ ਆ। ਪੰਜਾਬ ਦਾ ਰੈਂਕ ਆਇਆ ਸੀ 12ਵਾਂ। ਤੁਹਾਨੂੰ ਸਭ ਨੂੰ ਪਤਾ ਹੋਣਾ ਚਾਹੀਦਾ ਇਸ ਵਾਰ ਦੇ ਇਕਨੋਮਿਕ ਸਰਵੇ 'ਚ ਮੈਂਸ਼ਨ ਕਿ ਉਹਦੇ 'ਚ ਨਾ ਸਟੇਟਾਂ ਨੂੰ ਕਈ ਕੈਟੇਗਰੀਜ਼ 'ਚ ਵੰਡਿਆ ਗਿਆ ਸੀ, ਠੀਕ ਆ। ਸੋ ਪੰਜਾਬ ਜਿਹੜਾ ਹੈ ਉਹ ਫਰੰਟ ਰਨਰ ਕੈਟੇਗਰੀ ਹੈ, ਟੌਪਰਾਂ ਦੀ ਕੈਟੇਗਰੀ 'ਚ ਪੰਜਾਬ ਨਹੀਂ ਸੀ ਆਇਆ। ਸੋ ਪੰਜਾਬ ਫਰੰਟ ਰਨਰ ਆ, ਅਤੇ ਪੰਜਾਬ ਦਾ ਰੈਂਕ ਵੀ ਸਮਝਿਆ ਜਾ ਸਕਦਾ ਹੈ ਕਿ ਦੇਖੋ ਪੰਜਾਬ ਦਾ ਓਵਰਆਲ ਸਕੋਰ ਆ, ਪੰਜਾਬ ਦਾ ਓਵਰਆਲ ਸਕੋਰ ਹੈਗਾ ਜੀ 68। ਇੰਡੀਆ ਦੇ ਐਵਰੇਜ ਸਕੋਰ ਤੋਂ ਪੰਜਾਬ ਦਾ ਸਕੋਰ ਜ਼ਿਆਦਾ ਹੈ। ਦੂਜੀ ਗੱਲ, ਇਹਦੇ 'ਚ 15 ਐਂਗਲ ਦੇਖੇ ਗਏ ਸੀਗੇ, ਮਤਲਬ ਪੰਜਾਬ ਦਾ ਸਕੋਰ 68 ਆ। ਸਭ ਤੋਂ ਵੱਧ ਸਕੋਰ ਪੰਜਾਬ ਨੇ ਪਰਫੋਰਮ ਕੀਤਾ ਹੈ ਐਜੂਕੇਸ਼ਨ ਵਾਲੇ 'ਚ, SDG 4। 15 ਗੋਲਸ ਦੇ ਵਿੱਚੋਂ ਐਜੂਕੇਸ਼ਨ ਵਾਲੇ ਗੋਲ 'ਚ ਪੰਜਾਬ ਮੂਹਰੇ ਰਿਹਾ ਹੈ। ਓਵਰਆਲ ਪੰਜਾਬ ਦਾ ਸਕੋਰ 68 ਆ। ਨੈਸ਼ਨਲ ਲੈਵਲ ਦੇ 66 ਸਕੋਰ ਤੋਂ ਪੰਜਾਬ ਦਾ ਸਕੋਰ ਜ਼ਿਆਦਾ ਹੈ। ਓਵਰਆਲ ਇਹ ਐਵਰੇਜ ਕੱਢੀ ਜਾਵੇ ਅਤੇ ਓਵਰਆਲ ਪੰਜਾਬ ਦਾ ਰੈਂਕ ਕਿੰਨਾ ਪਾਇਆ ਗਿਆ ਜੀ, 12 ਪਾਇਆ ਗਿਆ ਹੈ। ਸੋ ਇਹ ਪੰਜਾਬ ਦਾ ਸਟੇਟਸ ਸੀਗਾ, ਜੋ ਸੀਗਾ SDG ਜਿਹੜਾ ਰਿਲੀਜ਼ ਹੋਇਆ ਸੀ, ਇਹਦੇ 'ਚ 115 ਇੰਡੀਕੇਟਰਸ, 15 SDG ਟਾਰਗੇਟ ਕਿੱਥੇ ਗਈ ਸੀ। ਇਹਦੇ 'ਚ ਪੰਜਾਬ ਦਾ ਰੈਂਕ 12ਵਾਂ ਸੀ, ਜਿਹੜਾ ਕਿ 68 ਨੰਬਰ ਹਾਸਲ ਕਰਨ ਤੋਂ ਬਾਅਦ ਪੰਜਾਬ ਨੂੰ ਮਿਲਿਆ ਸੀਗਾ, ਠੀਕ ਆ। ਸੋ ਪੰਜਾਬ ਜਿਹੜਾ ਸੀਗਾ, ਇਸ ਤੋਂ ਪਹਿਲਾਂ ਪੰਜਾਬ ਦਾ ਰੈਂਕ ਘੱਟ ਹੋਣ ਕਰਕੇ ਪੰਜਾਬ ਨੂੰ ਸਭ ਤੋਂ ਥੱਲੇ ਵਾਲੀ ਕੈਟੇਗਰੀ 'ਚ ਰੱਖਿਆ ਗਿਆ ਸੀਗਾ, ਉਹ ਸੀਗੀ ਪਰਫੋਰਮਰ। ਅਤੇ ਹੁਣ ਪੰਜਾਬ ਫਰੰਟ ਰਨਰ, ਇਸ ਤੋਂ ਉੱਪਰਲੀ ਕੈਟੇਗਰੀ ਇਹਦੇ 'ਚ ਹੁੰਦੀ ਆ ਅਚੀਵਰਸ।
ਸੋ ਇਸ ਟਾਈਮ ਪੰਜਾਬ ਫਰੰਟ ਰਨਰਸ ਦੀ ਕੈਟੇਗਰੀ 'ਚ। ਉਮੀਦ ਕਰਦਾ ਕਿ ਤੁਹਾਨੂੰ ਕਨਸੈਪਟ ਸਮਝ ਆ ਗਿਆ ਹੋਊਗਾ। ਪੰਜਾਬ ਦੇ ਇਕਨੋਮਿਕ ਸਰਵੇ 'ਚੋਂ ਚੱਕੀ ਗਈ ਸਟੇਟਮੈਂਟ, ਠੀਕ ਆ। ਪੰਜਾਬ ਦੇ ਕੰਟੈਕਸਟ ਦੇ ਵਿੱਚ ਅਗਲਾ ਸਵਾਲ ਆ ਗਿਆ। ਇਹ ਵੀ ਸਵਾਲ ਜਿਹੜਾ ਹੈ ਪੰਜਾਬ ਦੇ ਇਕਨੋਮਿਕ ਸਰਵੇ 'ਚੋਂ ਚੱਕਿਆ ਗਿਆ ਹੈ। ਮਾਈਗ੍ਰੇਂਟਸ ਦੇ ਮਾਮਲੇ 'ਚ ਪੰਜਾਬ 'ਚ ਸਭ ਤੋਂ ਵੱਧ ਮਾਈਗ੍ਰੇਂਟ ਆਉਂਦੇ ਪੰਜਾਬ 'ਚ ਬਾਹਰਲੀਆਂ ਸਟੇਟਾਂ 'ਚੋਂ, ਅਤੇ ਮੈਜੋਰਟੀ ਮਾਈਗ੍ਰੇਂਟ ਪੰਜਾਬ 'ਚ ਮੇਲ ਨੇ। ਸਹੀ ਕਿ ਗਲਤ? ਪਹਿਲੀ ਗੱਲ, ਜੇ ਤੁਹਾਨੂੰ ਮਾਈਗ੍ਰੇਸ਼ਨ ਪਤਾ ਹੋਵੇ, ਬੜੀ ਸੋਹਣੀ ਸਟੇਟਮੈਂਟ ਸੀ ਰਵੀਸ਼ ਕੁਮਾਰ ਦੀ ਕਿ ਮਾਈਗ੍ਰੇਸ਼ਨ ਸੰਭਾਵਨਾਵਾਂ ਦੀ ਤਲਾਸ਼ ਹੁੰਦੀ ਹੈ। ਸੋ ਪੰਜਾਬ ਦੇ ਕੇਸ 'ਚ ਜੇ ਤਾਂ ਮੇਲ ਸਭ ਤੋਂ ਵੱਧ ਆਉਂਦੇ ਆ, ਪਰ ਪੰਜਾਬ 'ਚ ਮਾਈਗ੍ਰੇਸ਼ਨ ਸੰਭਾਵਨਾਵਾਂ ਦੀ ਤਲਾਸ਼ ਮੈਨੂੰ ਘੱਟ ਲੱਗਦੀ ਆ। ਵਿਆਹ ਜਿਹੜੀ ਆ ਉਹ ਜ਼ਿਆਦਾ ਪੋਸੀਬਿਲਿਟੀ ਲੱਗਦੀ ਹੈ, ਕਿਉਂਕਿ ਬਹੁਤ ਸਾਰੀਆਂ ਔਰਤਾਂ ਇੱਥੇ ਵਿਆਹ ਕਰਵਾ ਕੇ ਆਉਂਦੀਆਂ। ਇਟ ਮੀਨਸ ਪੰਜਾਬ ਦੇ ਮੁੰਡੇ ਬਾਹਰਲੀਆਂ ਕੁੜੀਆਂ ਨਾਲ ਵਿਆਹ ਕਰਾਉਂਦੇ ਆ। ਇਹਦਾ ਇੱਕ ਕਾਰਨ ਇਹ ਵੀ ਹੈ ਨਾ ਕਿ ਪੰਜਾਬ ਦੇ ਨਾਲ ਬਹੁਤ ਜ਼ਿਆਦਾ ਕਲਚਰ ਮਿਲਦਾ ਹਰਿਆਣੇ ਦਾ। ਉੱਥੋਂ ਕੁੜੀਆਂ ਦੇ ਚਾਹੇ ਉਹ ਅਰੇਂਜ ਮੈਰਿਜ ਆ ਚਾਹੇ ਲਵ ਮੈਰਿਜ ਆ, ਉਹ ਅਰੇਂਜ ਮੈਰਿਜ ਦੇ ਵਿਆਹ ਵੀ ਜਿਹੜੇ ਆ ਉਹ ਮਾਈਗ੍ਰੇਸ਼ਨ 'ਚ ਹੀ ਗਿਣੇ ਜਾਣਗੇ। ਸੋ ਪੰਜਾਬ 'ਚ ਔਰਤਾਂ ਜਿਹੜੀਆਂ ਨੇ 55% ਮਾਈਗ੍ਰੇਟ ਕਰਦੀਆਂ। ਦੂਜੀ ਸਟੇਟਮੈਂਟ ਗਲਤ ਆ। ਪੰਜਾਬ ਮਾਈਗ੍ਰੇਸ਼ਨ ਦੇ ਮਾਮਲੇ 'ਚ 8ਵੇਂ ਨੰਬਰ 'ਤੇ ਆ। ਇਹ ਵੀ ਗੱਲ ਯਾਦ ਰੱਖਿਓ। ਪੰਜਾਬ ਤੋਂ ਵੱਧ ਮਾਈਗ੍ਰੇਸ਼ਨ ਤਾਮਿਲਨਾਡੂ, ਮਹਾਰਾਸ਼ਟਰਾ ਵਰਗੀਆਂ ਸਟੇਟਾਂ, ਗੁਜਰਾਤ ਵਰਗੀਆਂ ਸਟੇਟਾਂ ਦੇਖਦੀਆਂ। ਪੰਜਾਬ 'ਚ ਸਭ ਤੋਂ ਵੱਧ ਮਾਈਗ੍ਰੇਟਡ ਲੋਕ ਜਿਹੜੇ ਆ ਉਹ ਲੁਧਿਆਣੇ ਆਉਂਦੇ ਆ। ਇਹ ਮੈਂ ਨਹੀਂ ਕਹਿ ਰਿਹਾ, ਜੋ ਮੈਨੂੰ ਸਹੀ ਲੱਗਿਆ ਮੈਂ ਉਹਦੇ ਅੰਕੜੇ ਤੁਹਾਡੇ ਸਾਹਮਣੇ ਪੇਸ਼ ਕਰਤੇ ਕਿ ਸਭ ਤੋਂ ਵੱਧ ਲੁਧਿਆਣੇ, ਦੂਜੇ ਨੰਬਰ 'ਤੇ SAS ਨਗਰ। ਸੋ ਆਹੀ ਇੱਕ ਸਟੇਟਮੈਂਟ ਠੀਕ ਆ, ਬਾਕੀ ਦੋਵੇਂ ਸਟੇਟਮੈਂਟਸ ਜਿਹੜੀਆਂ ਨੇ ਉਹ ਗਲਤ ਨੇ। ਆਹ ਤੁਹਾਡੇ ਸਾਹਮਣੇ ਅੰਕੜੇ ਆ। 5.3% ਮਾਈਗ੍ਰੈਂਟ ਜਿਹੜੇ ਆ ਉਹ ਪੰਜਾਬ 'ਚ ਆਉਂਦੇ ਆ। ਇਹਦੇ ਨਾਲ ਪੰਜਾਬ 8ਵਾਂ ਸਭ ਤੋਂ ਵੱਡਾ ਮਾਈਗ੍ਰੈਂਟਸ ਦੀ ਸਟੇਟ ਆ। ਇਹ ਸਭ ਤੋਂ ਵੱਧ ਇਹਨਾਂ 'ਚ ਔਰਤਾਂ ਆਉਂਦੀਆਂ, ਅਤੇ ਜਿਹੜੇ ਮਾਈਗ੍ਰੈਂਟ ਪੰਜਾਬ 'ਚ ਆਉਂਦੇ ਆ ਸਭ ਤੋਂ ਵੱਧ ਲੁਧਿਆਣਾ, ਅਤੇ ਦੂਜੇ ਨੰਬਰ 'ਤੇ SAS ਨਗਰ ਵੱਸਦੇ ਆ ਜਾ ਕੇ। ਉਮੀਦ ਕਰਦਾ ਕਿ ਇਹ ਕਨਸੈਪਟ ਤੁਹਾਨੂੰ ਚੰਗੀ ਤਰ੍ਹਾਂ ਸਮਝ ਆ ਗਿਆ ਹੋਊਗਾ। ਵੈਸੇ ਜੇ ਤੁਸੀਂ ਮਾਸਟਰ ਕਲਾਸਿਸ ਪਟਿਆਲਾ ਨਾਲ ਜੁੜੇ ਹੋਏ ਹੋ ਤਾਂ ਤੁਹਾਨੂੰ ਪਤਾ ਹੋਊਗਾ ਕਿ ਮਾਸਟਰ ਕਲਾਸਿਸ ਪਟਿਆਲਾ ਦੀਆਂ ਨਾ ਬਹੁਤ ਸਾਰੀਆਂ ਬੁੱਕਸ ਜਿਹੜੀਆਂ ਕਿ PPSC ਅਤੇ PCS ਅਤੇ ਹਰ ਪੇਪਰ ਨੂੰ ਟਾਰਗੇਟ ਕਰਦੀਆਂ ਹੋਈਆਂ, ਸਬਜੈਕਟ ਵਾਈਜ਼ ਬਹੁਤ ਵਧੀਆ ਅਸੀਂ MCQs ਦੀਆਂ ਬੁੱਕਸ ਤਿਆਰ ਕੀਤੀਆਂ ਹੈ। ਚਾਹੇ ਉਹ PPSC ਦੇ ਪ੍ਰੀਵੀਅਸ ਈਅਰ ਦੀ ਆ, ਮਾਰਚ 2023 ਤੱਕ ਦੇ PPSC ਦੇ GK ਅੱਡ ਅਤੇ ਮੈਥ ਰੀਜ਼ਨਿੰਗ ਅੱਡ। ਜੋਗਰਾਫੀ ਦੇ ਸਭ ਤੋਂ ਵੱਧ ਜੇ ਕੋਈ PSSB ਦੇ ਪੇਪਰਾਂ ਦੀ ਤਿਆਰੀ ਕਰ ਰਿਹਾ ਅਤੇ ਉਹ ਕੰਪਿਊਟਰ ਦੇ 1500-1600 MCQs, ਅਤੇ ਪੰਜਾਬ ਪੁਲਿਸ ਦੇ ਹੈੱਡ ਕਾਂਸਟੇਬਲ, ਸਬ ਇੰਸਪੈਕਟਰ 'ਚੋਂ ਵੀ ਸਾਨੂੰ 700 MCQs ਜਿਹੜੇ ਆ ਕੱਢ ਕੇ ਬਹੁਤ ਹਾਈ ਲੈਵਲ ਦੇ ਬਣਾਏ ਆ। ਪੰਜਾਬ ਦੇ MCQs, ਪੋਲਿਟੀ ਦੇ MCQs ਦੀ ਕਿਤਾਬ ਬਹੁਤ ਵਧੀਆ ਹੈ ਅਤੇ ਆਲਮੋਸਟ ਹਰ ਇੱਕ ਚੈਪਟਰ ਕਵਰ ਹੋਇਆ ਹੈ। ਠੀਕ ਆ। ਹਿਸਟਰੀ ਦੇ MCQs ਦੀ ਕਿਤਾਬ ਜਿਹੜੇ ਲੈਕਚਰਾਰ ਜਾਂ ਹੋਰ ਜਿਹੜੇ ਵੀ ਪੇਪਰ ਦੀ ਤਿਆਰੀ ਕਰ ਰਹੇ ਹੋ, ਠੀਕ ਆ। ਇਸ ਤੋਂ ਬਿਨਾਂ ਸਾਡੇ ਕੋਲ ਜੋਗਰਾਫੀ, ਪੰਜਾਬ ਪੁਲਿਸ ਦੀਆਂ ਕਾਂਸਟੇਬਲ ਅਤੇ ਇਹ ਬੁੱਕਸ ਕੋਈ ਵੀ ਔਡਰ ਕਰ ਸਕਦਾ। ਕੋਈ ਵੀ ਕਿਸੇ ਨੇ ਤੁਹਾਡੇ 'ਚ ਔਡਰ ਕਰਨੀ ਹੋਵੇ ਤਾਂ ਇਸ ਨੰਬਰ 'ਤੇ 7708800072। ਪਰ ਜੇ ਤੁਸੀਂ ਸਾਡੇ ਕੋਰਸ 'ਚ ਇਨਰੋਲ ਹੁੰਦੇ ਹੋ ਤਾਂ ਆਹ ਕੁਛ ਬੁੱਕਸ ਨੇ ਜਿਹੜੀਆਂ ਅਸੀਂ ਤੁਹਾਨੂੰ ਅਵੇਲੇਬਲ ਕਰਾਉਂਦੇ ਹਾਂ। ਠੀਕ ਆ। ਇਹਨਾਂ 'ਚੋਂ ਆਲਮੋਸਟ 70% ਬੁੱਕਸ 80% ਬੁੱਕਸ ਤਿਆਰ ਨੇ। ਬਾਕੀਆਂ ਦੇ ਨਾਲ ਨਾਲ ਕੰਮ ਚੱਲ ਰਿਹਾ, ਜਿਵੇਂ ਇਕੋਨਮੀ ਦੇ ਕੰਮ ਚੱਲ ਰਿਹਾ। ਸਾਇੰਸ ਟੈਕ ਬਣ ਕੇ ਆਲਮੋਸਟ ਤਿਆਰ ਹੋ ਗਈ, ਬਾਕੀ ਸਾਰੀਆਂ ਅਵੇਲੇਬਲ ਹੀ ਹੁੰਦੀਆਂ। ਚਾਹੇ ਜੋਗਰਾਫੀ ਆਫ ਇੰਡੀਆ ਵਰਲਡ ਪੰਜਾਬ ਆ, ਚਾਹੇ ਫਿਜ਼ੀਕਲ ਜੋਗਰਾਫੀ ਆ। ਜਰਨਲ ਸਾਇੰਸ ਦੀ ਅੱਡ ਆ, ਸਾਇੰਸ ਟੈਕ ਦੀ ਕਿਤਾਬ ਅੱਡ ਆ ਸਾਡੀ। ਠੀਕ ਆ। ਸਾਡੀ ਇੰਡੀਅਨ ਇਕੋਨਮੀ ਅੱਡ ਆ, ਮੈਥ ਰੀਜ਼ਨਿੰਗ ਅੱਡ ਆ। ਇਹ ਸਾਡੀਆਂ ਬੁੱਕਸ ਜਿਹੜੀਆਂ ਨੇ ਕੋਰਸ ਦੇ ਵਿੱਚ ਹੀ ਨੇ। ਜਿਹੜਾ ਬੰਦਾ ਕੋਰਸ 'ਚ ਇਨਰੋਲ ਹੁੰਦਾ, ਸਾਡੇ 2 ਮੇਨ ਕੋਰਸ ਚੱਲਦੇ ਆ, ਉਹਨਾਂ ਦੇ ਵਿੱਚ ਇਹ ਬੁੱਕਸ ਨੇ। ਉਹਦੇ ਵਾਸਤੇ ਤੁਸੀਂ ਵੀ ਇਸ ਨੰਬਰ 'ਤੇ ਵੀ ਜਾਣਕਾਰੀ ਹਾਸਲ ਕਰ ਸਕਦੇ ਹੋ। ਆਈਫੋਨ 'ਤੇ ਐਪ ਮਾਈ ਇੰਸਟੀਟਿਊਟ ਆ, ਇਹ ਲੋਗੋ ਆ ਅਤੇ ਆਹ ਕੋਡ ਆ ਸਾਡਾ। ਐਂਡਰੋਇਡ 'ਤੇ ਤਾਂ ਕੋਈ ਕੋਡ ਨਹੀਂ, ਸਿੱਧਾ ਮਾਸਟਰ ਕਲਾਸਿਸ ਪਟਿਆਲਾ, ਪਰ ਉਹ ਆਹ ਲੋਗੋ ਵਾਲੀ ਐਪ ਡਾਊਨਲੋਡ ਕਰ ਲਓ। ਆ ਜਾਓ ਆਪਣੇ ਪੁਆਇੰਟ 'ਤੇ ਵਾਪਸ ਚੱਲਦੇ ਹਾਂ। ਕਹਿੰਦੇ ਜੀ ਨੈਕਸਟ, ਪੰਜਾਬ ਦਾ ਜਿਹੜਾ ਯੂਥ ਇੰਪਲੋਇਮੈਂਟ ਨੂੰ ਲੈ ਕੇ ਪੰਜਾਬ ਦਾ ਸਟੇਟਸ ਜਿਹੜਾ ਹੈ ਉਹ ਕਲੀਅਰ ਕਰੋ ਥੋੜ੍ਹਾ ਜਿਹਾ। ਕਹਿੰਦੇ ਜੇ ਅਸੀਂ ਪੀਰੀਓਡਿਕ ਲੇਬਰ ਫੋਰਸ ਸਰਵੇ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਜਿਹੜੀ ਬੇਰੁਜ਼ਗਾਰੀ ਹੈ, ਠੀਕ ਆ, ਇਹ ਘਟੀ ਆ 22% ਤੋਂ 19% ਯੂਥ ਇੰਪਲੋਇਮੈਂਟ। ਦੂਜੀ ਗੱਲ, ਮੇਲ ਅਤੇ ਫੀਮੇਲ ਦੀ ਜਿਹੜੀ ਇੰਪਲੋਇਮੈਂਟ ਆ, ਅਨਇੰਪਲੋਇਮੈਂਟ ਆ, ਉਹ 29% ਅਤੇ 16% ਰਿਸਪੈਕਟਿਵਲੀ ਹੈ। ਪੰਜਾਬ ਦੇ ਕੇਸ 'ਚ ਇੱਕ ਗੱਲ ਯਾਦ ਰੱਖਿਓ, ਔਰਤਾਂ ਹਮੇਸ਼ਾ ਅਨਇੰਪਲੋਇਡ ਜ਼ਿਆਦੀਆਂ ਨੇ ਐਜ਼ ਕੰਪੇਅਰ ਟੂ ਮਰਦ। ਸੋ ਪਹਿਲੀ ਗੱਲ ਤਾਂ ਇਹੀ ਗਲਤ ਹੋ ਗਿਆ ਆਪਣੇ ਕੋਲ। ਦੂਜੀ ਗੱਲ ਆਪਾਂ ਇਹ ਦੇਖ ਲਈਏ ਕਿ ਡਿਕਲਾਈਨ ਹੋਇਆ ਹੈ ਪੰਜਾਬ ਦੇ ਵਿੱਚ ਅਨਇੰਪਲੋਇਮੈਂਟ ਦਾ 19-20 ਤੋਂ 20-21। ਆ ਜਾਓ। ਕਹਿੰਦੇ ਪੰਜਾਬ ਦੇ ਵਿੱਚ ਅਨਇੰਪਲੋਇਮੈਂਟ ਜਿਹੜੀ ਆ ਉਹ ਫਿਕਸ ਰਹੀ ਆ, ਇਹ ਗੱਲ।
ਤੇ ਜੇ ਮੈਂ ਗੱਲ ਕਰਾਂ ਫੀਮੇਲ ਦੀ ਮੇਲ ਦੀ ਅਨਐਮਪਲੋਇਮੈਂਟ ਘਟੀ ਆ ਪਰ ਫੀਮੇਲ ਦੀ ਬਹੁਤ ਜ਼ਿਆਦਾ ਵਧੀ ਆ। ਤੇ ਇਸ ਟਾਈਮ ਫੀਮੇਲ ਇੰਨੇ ਪਰਸੈਂਟ ਅਨਐਮਪਲੋਇਡ ਨੇ, ਮੇਲ ਇੰਨੇ ਪਰਸੈਂਟ ਐਮਪਲੋਇਡ ਨੇ। ਇਹ ਕਰੋਨਾ ਦਾ ਅਸਰ ਦੇਖਣ ਨੂੰ ਮਿਲ ਰਿਹਾ ਸਾਰਾ। ਪਰ ਜੇ ਮੈਂ ਇੱਕ ਘਟਿਆ ਹੈ ਅਨਐਮਪਲੋਇਮੈਂਟ ਮੁੰਡਿਆਂ 'ਚ ਘਟੀ ਆ, ਕੁੜੀਆਂ 'ਚ ਬਹੁਤ ਵਧੀ ਆ। ਸੋ ਇਹਦੇ ਕਰਕੇ ਨੈਟ ਇਫੈਕਟ ਕੋਈ ਨਹੀਂ ਰਿਹਾ। ਸੋ ਇਹ ਗੱਲ ਸਾਨੂੰ ਸਮਝ ਆ ਜਾਣੀ ਚਾਹੀਦੀ ਆ ਕਿ ਜੇ ਕੋਈ ਮੈਨੂੰ ਇਹ ਗੱਲ ਕਵੇ ਕਿ ਹਾਂਜੀ ਪੰਜਾਬ ਦੇ ਵਿੱਚ ਡਿਕਲਾਈਨ ਦੇਖਣ ਨੂੰ ਮਿਲਿਆ, ਇਹ ਤਾਂ ਗਲਤ ਆ। ਪੰਜਾਬ ਦੇ ਵਿੱਚ ਮੁੰਡਿਆਂ ਦੀ 29% ਆ ਤੇ ਕੁੜੀਆਂ ਦੀ 16% ਆ, ਬਿਲਕੁਲ ਗਲਤ ਆ। ਮੁੰਡਿਆਂ ਦੀ ਇਸ ਟਾਈਮ ਅਨਐਮਪਲੋਇਮੈਂਟ 16% ਆ ਤੇ ਕੁੜੀਆਂ ਦੀ 29% ਆ। ਲੌਜੀਕਲ ਨਾਲ ਆਨਸਰ ਜ਼ਿਆਦਾ ਨਹੀਂ ਦਿੱਤੇ ਜਾ ਸਕਦੇ, ਫੈਕਟਸ ਵੀ ਪਤਾ ਹੋਣੇ ਚਾਹੀਦੇ ਆ, ਪਰ ਐਟਲੀਸਟ ਕਨਸੈਪਟ ਸਮਝ ਤਾਂ ਲਓ। ਸੋ ਉਮੀਦ ਕਰਦਾ ਕਿ ਆਹ ਸਵਾਲ ਸਮਝ ਆ ਗਿਆ ਹੋਊਗਾ। ਨੈਕਸਟ, ਪੰਜਾਬ ਦੇ ਵਿੱਚ ਕਹਿੰਦੇ ਮਾਈ ਭਾਗੋ ਆਰਮਡ ਪ੍ਰੈਪਰੇਟਰੀ ਇੰਸਟੀਟਿਊਟ, ਮਤਲਬ ਕਿ ਕੁੜੀਆਂ 12ਵੀਂ ਤੋਂ ਬਾਅਦ NDA ਕਰ ਸਕਣ, ਉਹਦੇ ਵਾਸਤੇ ਕੋਚਿੰਗ ਇੰਸਟੀਟਿਊਟ ਰੂਪਨਗਰ 'ਚ ਖੁੱਲ੍ਹਿਆ ਹੈ। ਤੇ ਮੁੰਡਿਆਂ ਵਾਸਤੇ ਰਣਜੀਤ ਸਿੰਘ ਇੰਸਟੀਟਿਊਟ ਕਹਿੰਦੇ ਮੋਹਾਲੀ ਖੁੱਲ੍ਹਿਆ ਹੈ। ਇਹ ਬਿਲਕੁਲ ਸਹੀ ਆ, ਆ ਵੀ ਮੋਹਾਲੀ ਆ। ਸੋ ਇਹ ਗਲਤ ਹੋ ਗਿਆ। ਮੋਸਟ ਇੰਪੋਰਟੈਂਟ, ਬਹੁਤ ਇੰਪੋਰਟੈਂਟ ਆ ਇਹ ਜਿਹੜਾ ਸੋਸ਼ਲ ਸੈਕਟਰ ਵਾਲਾ ਚੈਪਟਰ ਆ ਨਾ ਇਕਨੋਮਿਕ ਸਰਵੇ ਦਾ, ਉਹਦੇ 'ਚੋਂ ਚੱਕੇ ਗਏ ਸਵਾਲ ਹੈ। ਮੋਸਟ ਇੰਪੋਰਟੈਂਟ ਕਨਸੈਪਟ ਸੀ, ਤੁਹਾਡੇ ਸਾਹਮਣੇ ਮੈਂ ਡਿਸਕਸ ਕਰਤਾ। ਅੱਗੇ ਆ ਜਾਓ, ਅਗਲਾ ਸਵਾਲ 25ਵਾਂ ਸਵਾਲ ਆ ਗਿਆ। ਪੰਜਾਬ ਦਾ ਜਿਹੜਾ ਇਕਨੋਮਿਕ ਐਂਡ ਸਟੈਟਿਸਟੀਕਲ ਆਰਗੇਨਾਈਜੇਸ਼ਨ ਆ ESO, ਬਹੁਤ ਇੰਪੋਰਟੈਂਟ ਟੌਪਿਕ ਆ ਪੰਜਾਬ ਦਾ, ਬਹੁਤ ਘੈਂਟ ਡਿਪਾਰਟਮੈਂਟ ਆ ਇਹ ਪੰਜਾਬ ਦਾ। ਕਹਿੰਦੇ ਜੀ ਇਹ ਸਟੇਟ ਗੌਰਮੈਂਟ ਨੂੰ ਆਰਥਿਕ ਮਾਮਲਿਆਂ 'ਤੇ ਸਲਾਹ ਦਿੰਦਾ ਹੈ। ਇਕਨੋਮਿਕ ਐਂਡ ਸਟੈਟਿਸਟੀਕਲ ਆਰਗੇਨਾਈਜੇਸ਼ਨ ਬਿਲਕੁਲ ਸਹੀ ਆ। ਸੈਕਟਰੀਏਟ ਦਾ ਬਹੁਤ ਇੰਪੋਰਟੈਂਟ ਡਿਪਾਰਟਮੈਂਟ ਆ। ਤੇ ਸੈਂਟਰ 'ਚ ਜਿਹੜੀਆਂ ਮਿਨਿਸਟਰੀ ਆਫ ਸਟੈਟਿਸਟੀਕਲ ਸਕੀਮਾਂ ਚਲਾਉਂਦਾ ਹੈ, MP ਲੈਡ ਫੰਡ ਜਿੰਦਾ ਹੁੰਦਾ, ਜਿਹੜਾ ਮੈਂਬਰ ਆਫ ਪਾਰਲੀਮੈਂਟ ਦਾ ਲੋਕਲ ਏਰੀਆ ਫੰਡ, ਉਹਨੂੰ ਸਟੇਟ ਦੇ ਵਿੱਚ ਦੇਖਣ ਵਾਲੀ ਨੋਡਲ ਏਜੰਸੀ ਇਹੀ ਡਿਪਾਰਟਮੈਂਟ ਆ। ਐਗਜ਼ੈਕਟਲੀ ਠੀਕ। ਸੋ ਇਹ ਦੋ ਕੰਮ ਇਹਦੇ ਬਹੁਤ ਇੰਪੋਰਟੈਂਟ ਆ। ਸੋ ਆਨਸਰ 3। ਕਦੀ ਵੀ ਕਿਸੇ ਨੇ ESO ਬਾਰੇ ਪੜ੍ਹਨਾ ਤਾਂ ਗੂਗਲ ਸਰਚ ਕਰ ਲਿਓ ESO ਪੰਜਾਬ, ਉੱਥੇ ਇਹਦੇ ਫੰਕਸ਼ਨਸ ਵੀ ਆ ਜਾਣਗੇ। ਪੰਜਾਬ ਦੀ ਇਕਨੋਮਿਕ ਸਰਵੇ ਜਿਹੜਾ ਹੈ ਉਹ ਵੀ ESOP ਉੱਥੋਂ ਹੀ, ਉਹਨਾਂ ਦੀ ਹੀ ਇੱਕ ਡਿਵੀਜ਼ਨ ਜਿਹੜੀ ਆ ਇਹਨਾਂ ਦੀ ਵੈਬਸਾਈਟ ਤੋਂ ਹੀ ਪੰਜਾਬ ਦਾ ਇਕਨੋਮਿਕ ਸਰਵੇ ਡਾਊਨਲੋਡ ਹੋ ਜਾਂਦਾ ਹੈ। ਠੀਕ ਆ। ਮਾਸਟਰ ਕਲਾਸਿਸ ਪਟਿਆਲਾ ਦੇ ਟੈਲੀਗ੍ਰਾਮ ਲਿੰਕ 'ਤੇ, ਜਿਹੜਾ ਕਿ ਇਸ ਤੋਂ ਥੱਲੇ ਵੀਡੀਓ ਦੇ ਡਿਸਕ੍ਰਿਪਸ਼ਨ 'ਚ ਹੈਗਾ ਹੈ, YouTube 'ਤੇ ਜੇ ਵੀਡੀਓ ਦੇਖ ਰਹੇ ਹੋ ਤਾਂ ਉਹਨੂੰ ਮਾਸਟਰ ਕਲਾਸਿਸ ਪਟਿਆਲਾ ਦਾ ਟੈਲੀਗ੍ਰਾਮ ਚੈਨਲ ਡਾਊਨ ਕਰ ਲਓ, ਅਪਰੋਚ ਕਰੋ ਉਹਨੂੰ। ਉਹਦੇ 'ਤੇ ਇਕਨੋਮਿਕ ਸਰਵੇ, ਬਸ ਉੱਪਰ ਸਰਚ 'ਚ ਜਾ ਕੇ ਇਕਨੋਮਿਕ ਸਰਵੇ ਲਿਖ ਦਿਓ, ਤੁਹਾਨੂੰ ਮਿਲ ਜੂਗਾ। ਉਮੀਦ ਕਰਦਾ ਕਿ ਤੁਹਾਨੂੰ ਇਹ ਲੈਕਚਰ ਸਮਝ ਆ ਗਿਆ ਹੋਊਗਾ। ਅੱਜ ਵਾਸਤੇ ਇੰਨਾ ਹੀ ਬਹੁਤ ਆ। ਧੰਨਵਾਦ।